ਰਾਧਾ। ਹਾਂਜੀ। ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਰਾਗ ਗੋਜਰੀ, ਮਹੱਲਾ ਤੀਜਾ, ਘਰ ਪਹਿਲਾ। ਰਾਮ ਰਾਮ ਸਭ ਕੋ ਕਹੇ, ਕਹੀਏ ਰਾਮ ਨਾ ਹੋਏ। ਰਾਮ ਰਾਮ ਸਭ ਕੋ ਕਹੇ, ਕਹੀਏ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੇ ਕੋਇ। ਰਾਧਾ ਸੁਣਦੀ ਜੀ, ਰਾਧਾ ਸੁਣਦੀ। ਇਹ ਬਚਨ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਨੇ। ਸਤਿਗੁਰੂ ਬਾਰ-ਬਾਰ ਸਾਨੂੰ ਇੱਕੋ ਗੱਲ ਦੀ ਯਾਦ ਦਿਵਾਉਂਦੇ ਨੇ ਕਿ ਇਹ ਜਿਹੜਾ ਰਸਤਾ ਹੈ, ਇਹ ਜਿਹੜਾ ਮੱਤ ਹੈ, ਇਹ ਕੋਈ ਗੱਲਾਂ ਦਾ ਨਹੀਂ ਹੈ ਜਾਂ ਇਕੱਲਾ ਕਥਨੀ ਦਾ ਨਹੀਂ ਹੈਗਾ। ਇਹ ਮੱਤ ਕਰਨੀ ਦਾ ਹੈ। ਇਸ ਤਰ੍ਹਾਂ ਸਵਾਮੀ ਜੀ ਮਹਾਰਾਜ ਨੇ ਵੀ ਫਰਮਾਇਆ ਹੈ ਕਿ ਇਹ ਕਰਨੀ ਕਾ ਭੇਦ ਹੈ ਨਾ ਹੀ ਬੁੱਧ ਵਿਚਾਰ। ਦਿਮਾਗ ਵਾਲੇ ਬਹੁਤ ਜਿਹੜੇ ਨੇ ਇੱਥੇ ਫੇਲ ਹੋ ਗਏ ਇਸ ਮਾਰਗ 'ਤੇ। ਸੰਤਾਂ ਮਹਾਤਮਾ ਦਾ ਇਤਿਹਾਸ ਅਸੀਂ ਦੇਖਦੇ ਹਾਂ, ਉਹਨਾਂ ਦੇ ਚਰਨਾਂ ਦੇ ਵਿੱਚ ਬਹੁਤ ਪੜ੍ਹੇ ਲਿਖੇ ਵਿਦਵਾਨ ਜਿਹੜੇ ਸੀ ਆ ਕੇ ਨਤਮਸਤਕ ਹੁੰਦੇ ਰਹੇ, ਕਿਉਂਕਿ ਜੋ ਉਹਨਾਂ ਨੇ ਤਜਰਬਾ ਕੀਤਾ, ਜੋ ਉਹਨਾਂ ਨੂੰ ਮਿਲਿਆ, ਉਹ ਬਾਹਰਲੀਆਂ ਖੋਜਾਂ ਦੇ ਨਾਲ, ਬਾਹਰ ਭਟਕਣ ਦੇ ਨਾਲ, ਗੱਲਾਂ ਬਾਤਾਂ ਦੇ ਨਾਲ ਉਹ ਨਹੀਂ ਗੱਲ ਬਣੀ। ਗੱਲਾਂ ਦੇ ਨਾਲ ਅਸੀਂ ਸਾਰੇ ਸੰਸਾਰ ਨੂੰ ਭਰਮਾ ਸਕਦੇ ਹਾਂ, ਪਰ ਇੱਕ ਵਿਚਾਰ ਕਰੀਏ ਕਿ ਉਸੇ ਗੱਲਾਂ ਨਾਲ ਅਸੀਂ ਸਾਰੇ ਸੰਸਾਰ ਨੂੰ ਭਰਮਾ ਲੈਂਦੇ ਹਾਂ, ਸਾਰਿਆਂ ਨੂੰ ਹੀ ਜਿੱਤ ਲੈਂਦੇ ਹਾਂ, ਪਰ ਉਹੀ ਗੱਲਾਂ ਆਪਣੇ ਮਨ ਨੂੰ ਨਹੀਂ ਜਿੱਤ ਪਾਉਂਦੀਆਂ। ਦੂਸਰੇ ਅਸੀਂ ਸਭ ਨੂੰ ਸਮਝਾ ਦਈਏ ਕਿ ਆਹ ਚੀਜ਼ ਜਿਹੜੀ ਇਹ ਮਾੜੀ ਏ, ਇਹ ਚੰਗੀ ਏ, ਆਹ ਕਰਨਾ ਚਾਹੀਦਾ, ਇਹ ਨਹੀਂ ਕਰਨਾ ਚਾਹੀਦਾ। ਬੜੇ ਪ੍ਰਮਾਣ ਵੀ ਦੇਵਾਂਗੇ ਕਿ ਆਹ ਜਿਹੜੀ ਕਰਨੀ ਕਰੀਏ, ਇਸ ਤਰ੍ਹਾਂ ਕਰੀਏ ਤਾਂ ਇਸ ਤਰ੍ਹਾਂ ਹੋ ਜਾਂਦਾ ਏ। ਲੇਕਿਨ ਜਦੋਂ ਉਹੀ ਸਮਾਂ ਆਪਣੇ 'ਤੇ ਆਉਂਦਾ ਏ ਤਾਂ ਬੜੇ ਵੱਡੇ ਜਿਹੜੇ ਸੂਰਮੇ ਜਿਹੜੇ ਨੇ ਫੇਲ ਹੋ ਜਾਂਦੇ ਨੇ ਉੱਥੇ, ਕਿਉਂਕਿ ਗੱਲਾਂ ਕਰ ਲੈਣੀਆਂ ਵੱਡੀਆਂ ਕੋਈ ਗੱਲ ਵੱਡੀ ਨਹੀਂ ਹੈਗੀ, ਕਰਨੀ ਵੱਡੀ ਗੱਲ ਹੈ। ਇਸੇ ਤਰ੍ਹਾਂ ਸਤਿਗੁਰ ਫਰਮਾਉਂਦੇ ਨੇ ਕਿ ਰਾਮ ਰਾਮ ਸਭ ਕੋ ਕਹੇ। ਕਹਿੰਦੇ ਕਿ ਸਾਰੀ ਦੁਨੀਆ ਹੀ ਉਸ ਪਰਮੇਸ਼ਵਰ ਨੂੰ, ਰਾਮ ਨੂੰ ਸਿਮਰ ਰਹੀ ਹੈ, ਨਾਮ ਲੈ ਰਹੀ ਹੈ ਉਹਦਾ। ਕੋਈ ਵੀ ਹੋਵੇ, ਉਹਨੂੰ ਰਾਮ ਕਹਿ ਲਈਏ, ਉਹਨੂੰ ਸ਼ਾਮ ਕਹਿ ਲਈਏ, ਉਹਨੂੰ ਵਾਹਿਗੁਰੂ ਕਹਿ ਲਈਏ, ਅੱਲਾ ਕਹਿ ਲਈਏ, ਕੋਈ ਫਰਕ ਨਹੀਂ। ਸਾਰੇ ਹੀ ਉਸ ਪਰਮਾਤਮਾ ਦੇ ਪਿਆਰੇ ਨਾਮ ਨੇ। ਹਰ ਕੋਈ ਉਸ ਪਰਮੇਸ਼ਵਰ ਨੂੰ ਸਿਮਰ ਰਿਹਾ ਹੈ, ਕੋਈ ਕਿਸੇ ਰੂਪ ਦੇ ਵਿੱਚ, ਕੋਈ ਕਿਸੇ ਰੂਪ ਦੇ ਵਿੱਚ। ਪਰ ਜਿਸ ਤਰ੍ਹਾਂ ਸਵਾਮੀ ਜੀ ਨੇ ਫਰਮਾਇਆ ਕਿ ਕਿਆ ਹਿੰਦੂ, ਕਿਆ ਮੁਸਲਮਾਨ, ਕਿਆ ਸਿੱਖ, ਈਸਾਈ, ਜੈਨ, ਗੁਰ ਭਗਤੀ ਪੂਰੇ ਬਿਨਾ ਕੋਈ ਨਾ ਪਾਵੇ ਚੈਨ। ਕਹਿੰਦੇ ਕੋਈ ਵੀ ਹੋਵੇ, ਉਹ ਚੈਨ ਉਦੋਂ ਤੱਕ ਨਹੀਂ ਪਾ ਸਕਦਾ ਜਦੋਂ ਤੱਕ ਉਸ ਕੰਮ ਦੇ ਵਿੱਚ ਪੂਰਾ ਨਹੀਂ ਹੈਗਾ। ਹੁਣ ਉਸ ਪੂਰੇ ਦੀ ਗੱਲ ਦੱਸ ਰਹੇ ਨੇ ਸਤਿਗੁਰ ਫਰਮਾਉਂਦੇ ਨੇ ਕਿ ਸਿਰਫ ਕਹਿਣ ਦੇ ਨਾਲ ਪੂਰਾ ਨਹੀਂ ਹੋ ਜਾਂਦਾ। ਅਸੀਂ ਕੋਈ ਵੀ ਅੱਛੀ ਬੁੱਕ ਲੈ ਲਈਏ, ਖਾਣਾ ਬਣਾਉਣ ਵਾਲੀ ਕੋਈ, ਜਿਸ ਤਰ੍ਹਾਂ ਜਿਹਦੇ 'ਚ ਕੋਈ ਬੜੇ ਵਧੀਆ ਵਿਅੰਜਨਾਂ ਦੀ ਬਣਾਉਣ ਦੀ ਵਿਧੀ ਦੱਸੀ ਹੋਵੇ, ਅਸੀਂ ਉਹਨੂੰ ਪੜ੍ਹੀ ਜਾਈਏ, ਯਾਦ ਕਰ ਲਈਏ, ਜੋ ਮਰਜ਼ੀ ਕਿਸੇ ਨੂੰ ਸੁਣਾਈ ਜਾਈਏ, ਲੇਕਿਨ ਜਦੋਂ ਤੱਕ ਅਸੀਂ ਉਹ ਜਿਹੜੀਆਂ ਵਸਤਾਂ ਇਕੱਠੇ ਕਰਕੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕਿਹਾ ਵਾ ਉਹ ਨਹੀਂ ਕਰਦੇ, ਉਦੋਂ ਤੱਕ ਉਹ ਜੋ ਸਵਾਦ ਹੈ, ਉਹ ਟੇਸਟ ਨਹੀਂ ਆਉਂਦਾ ਹੈਗਾ। ਇਸੇ ਤਰ੍ਹਾਂ ਅਸੀਂ
ਰਾਮ ਰਾਮ, ਸਤਿਗੁਰ ਸਤਿਗੁਰ, ਵਾਹਿਗੁਰੂ ਵਾਹਿਗੁਰੂ, ਪਰਮੇਸ਼ਵਰ ਪਰਮੇਸ਼ਵਰ, ਜੋ ਮਰਜ਼ੀ ਅਸੀਂ ਕਰੀ ਜਾਈਏ। ਕਹਿੰਦੇ ਕਿ ਕਹੀਏ ਰਾਮ ਨਾ ਹੋਏ, ਕਹਿੰਦੇ ਕਹਿਣ ਨਾਲ ਗੱਲ ਨਹੀਂ ਬਣਦੀ। ਮੈਂ ਗੁਰ ਪ੍ਰਸਾਦੀ ਰਾਮ ਮਨ ਵਸੇ, ਕਹਿੰਦੇ ਜੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੋਰ ਕੋਈ ਵੀ ਯਤਨ ਇੱਥੇ ਕੰਮ ਨਹੀਂ ਆਉਂਦਾ। ਕਿਉਂ ਕਿਹਾ ਜਾਂਦਾ ਹੈ ਕਿ ਬੇਨਤੀ, ਪ੍ਰਾਰਥਨਾ, ਅਰਦਾਸ ਉਹਨਾਂ ਦੇ ਚਰਨਾਂ ਵਿੱਚ ਹਮੇਸ਼ਾ ਕਰਦੇ ਰਹੀਏ, ਬਣਦੀ ਰਹੇ। ਕਿਉਂਕਿ ਬਾਕੀ ਰਸਤਿਆਂ ਦੇ ਉੱਤੇ ਜਿਸ ਤਰ੍ਹਾਂ ਭਲਵਾਨ ਨੇ ਬੜੇ ਸਰੀਰ ਕਮਾਏ ਹੁੰਦੇ ਨੇ, ਬੜੇ ਬੜੇ ਬੰਦਿਆਂ ਨੂੰ ਹਰਾ ਦਿੰਦੇ ਨੇ ਉਹਦੇ ਵਿੱਚ, ਲੇਕਿਨ ਜਦੋਂ ਆਪਣੇ ਉੱਤੇ ਕੋਈ ਵਿਪਤਾ ਪੈਂਦੀ ਹੈ, ਮਨ ਕੋਈ ਸ਼ੈਤਾਨੀ ਖੇਡਦਾ ਹੈ, ਅਤੇ ਮਨ ਦੇ ਹੱਥੋਂ ਉਹ ਫੇਲ ਹੋ ਜਾਂਦੇ ਨੇ। ਮਨ ਜਿਹੜਾ ਆ ਬੜੇ ਬੜੇ ਵੱਡੇ ਸੂਰਮਿਆਂ ਨੂੰ ਐ ਮਿੰਟ ਦੇ ਵਿੱਚ ਸੁੱਟ ਦਿੰਦਾ ਹੈ, ਕਿਸੇ ਨੂੰ ਕਿਸੇ ਪਾਸੇ ਲਾ ਕੇ, ਕਿਸੇ ਨੂੰ ਕਿਸੇ ਪਾਸੇ ਲਾ ਕੇ। ਅਸੀਂ ਜਿੰਨੇ ਵੀ ਇਤਿਹਾਸ ਪੜ੍ਹੀਏ ਉਹਦੇ ਵਿੱਚ ਕੋਈ ਵੀ ਜਿੰਨਾ ਮਰਜ਼ੀ ਕੋਈ ਬਲਸ਼ਾਲੀ ਹੋਵੇ, ਜਦੋਂ ਅਸੀਂ ਉਹਦਾ ਦੇਖਾਂਗੇ ਉਹਦਾ ਅੰਤ ਕਿੱਦਾਂ ਹੋਇਆ, ਅਤੇ ਉਹਦੇ ਪਿੱਛੇ ਕਿਤੇ ਨਾ ਕਿਤੇ ਮਨ ਦੀ ਸ਼ੈਤਾਨੀ ਜ਼ਰੂਰ ਹੁੰਦੀ ਹੈ। ਕਿਸੇ ਨਾ ਕਿਸੇ ਪਾਸੇ ਉਹ ਭਰਮਾ ਕੇ ਅਤੇ ਉਹ ਜਿਹੜਾ ਆਪਣਾ ਵਾਰ ਕਰ ਦਿੰਦਾ ਹੈ। ਇਸੇ ਤਰ੍ਹਾਂ ਸਤਿਗੁਰਾਂ ਨੇ ਫਰਮਾਇਆ ਕਿ ਰਾਮ ਮਨ 'ਚ ਕਿੱਦਾਂ ਵਸਣਾ। ਕਿਹੜਾ ਐਸਾ ਸਿੱਖਿਆ ਜਾਂ ਐਸਾ ਕੋਈ ਜੀਵ ਹੈ ਜਿਹੜਾ ਚਾਹੁੰਦਾ ਨਹੀਂ ਕਿ ਮੇਰੇ ਅੰਦਰ ਉਹ ਪਰਮਾਤਮਾ ਵਾਸ ਕਰੇ? ਹਰ ਕੋਈ ਚਾਹੁੰਦਾ ਹੈ, ਕੋਈ ਵੀ ਨਹੀਂ ਐਸਾ ਹੈਗਾ। ਚਾਹੇ ਕੋਈ ਚੋਰ ਹੈ, ਚਾਹੇ ਕੋਈ ਡਾਕੂ ਹੈ, ਕੋਈ ਵਿਕਾਰਾਂ ਨਾਲ ਭਰਿਆ ਹੈ, ਕਿਤੇ ਨਾ ਕਿਤੇ ਉਹਦੇ ਮਨ 'ਚ ਵੀ ਹੁੰਦਾ ਹੈ ਕਿ ਹਾਂ ਮੇਰੇ 'ਤੇ ਵੀ ਕਿਰਪਾ ਹੋ ਜਾਏ, ਮੇਰੇ ਅੰਦਰ ਵੀ ਉਹ ਰਾਮ ਵਸ ਜਾਵੇ। ਲੇਕਿਨ ਉਹਨੇ ਫਰਮਾਇਆ ਕਿ ਗੁਰ ਪ੍ਰਸਾਦੀ, ਸਤਿਗੁਰਾਂ ਦੀ ਦਇਆ ਕਿਰਪਾ ਦੇ ਨਾਲ ਜਿਨ੍ਹਾਂ 'ਤੇ ਉਹ ਖੁਸ਼ ਹੋ ਜਾਂਦੇ ਨੇ, ਜਿਨ੍ਹਾਂ 'ਤੇ ਉਹ ਖੁਸ਼ੀ ਆ ਜਾਂਦੀ ਹੈ, ਵੀ ਉਸ ਨੂੰ ਉਹ ਦਇਆ ਕਰਕੇ, ਕਿਰਪਾ ਕਰਕੇ ਉਹਦੇ ਮਨ ਦੇ ਅੰਦਰ ਐਸਾ ਭਾਵ, ਐਸਾ ਉਹ ਖਿਆਲ ਜਿਹੜਾ ਉਹਦੇ ਘਰ ਕਰ ਜਾਂਦਾ ਹੈ, ਫਿਰ ਉਹਨੂੰ ਕੋਈ ਵੀ ਚੀਜ਼ ਅੱਛੀ ਨਹੀਂ ਲੱਗਦੀ। ਕੰਮ ਸਾਰੇ ਹੀ ਕਰਦੇ ਨੇ, ਲੇਕਿਨ ਕੰਮ ਕਰਦਿਆਂ ਕਰਾਉਂਦਿਆਂ ਚਿੱਤ ਜਿਹੜਾ ਆ ਹਮੇਸ਼ਾ ਹੀ ਉਹਦੇ ਵੱਲ ਹੀ ਲੱਗਾ ਰਹਿੰਦਾ ਹੈ। ਕਿਉਂਕਿ ਮਨ 'ਚ ਜਿਹੜੀ ਚੀਜ਼ ਵਸੀ ਹੋਵੇ ਉਹ ਫਿਰ ਜੋ ਮਰਜ਼ੀ ਜਿੱਥੇ ਮਰਜ਼ੀ ਕੋਈ ਚਲਾ ਜਾਵੇ ਉਹ ਉਹਨੂੰ ਯਾਦ ਨਹੀਂ ਭੁੱਲਦੀ। ਇਸ ਤਰ੍ਹਾਂ ਫਰਮਾਇਆ ਕਿ ਗੁਰ ਪ੍ਰਸਾਦੀ ਰਾਮ ਮਨ ਵਸੇ, ਤਾਂ ਫਲ ਪਾਵੇ ਕੋਈ। ਜਦੋਂ ਮਰਜ਼ੀ ਉਹ ਪਰਮਾਤਮਾ ਸਤਿਗੁਰ ਜਦੋਂ ਇਹਦੇ ਹਿਰਦੇ 'ਚ ਵਸ ਜਾਣ, ਜਦੋਂ ਇਹਦੇ ਅੰਦਰ ਵਾਕਿਆ ਹੀ ਉਹ ਭਾਵਨਾ ਜਾਗ ਪਵੇ, ਇਹਨੂੰ ਉਸ ਕਮੀ ਦਾ ਅਹਿਸਾਸ ਹੋ ਜਾਵੇ ਕਿ ਮੈਂ ਗੁਰੂ ਤੋਂ ਦੂਰ ਹਾਂ, ਮੇਰੇ ਹਿਰਦੇ ਦੇ ਵਿੱਚ ਕਪਟ ਵਸਿਆ ਹੈ, ਮੇਰੇ ਹਿਰਦੇ ਦੇ ਵਿੱਚ ਵਿਕਾਰ ਭਰੇ ਨੇ, ਵੀ ਇਹਨਾਂ ਨੂੰ ਕੱਢ ਕੇ ਸਤਿਗੁਰਾਂ ਨੂੰ ਬਿਠਾਉਣਾ ਚਾਹੀਦਾ ਹੈ। ਜਦੋਂ ਇਹ ਸੱਚੇ ਹਿਰਦੇ ਦੇ ਨਾਲ ਬੇਨਤੀ ਕਰਦਾ ਹੈ, ਜਦੋਂ ਸੱਚੇ ਹਿਰਦੇ ਨਾਲ ਉਸ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਉਹਨਾਂ ਨੇ ਫਰਮਾਇਆ ਕਿ ਚਰਨ ਸਰਨ ਗੁਰੂ ਇੱਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤਾ। ਉਹ ਇੱਕ ਕਦਮ ਜਿਹੜਾ ਚੱਲਣਾ ਹੈ ਇਹਨੂੰ ਅੱਗੇ ਲੈ ਜਾਂਦਾ ਹੈ। ਉਹ ਇੱਕ ਕਦਮ ਕੀ ਚੱਲਣਾ ਹੈ ਕਿ ਸਭ ਤੋਂ ਪਹਿਲਾਂ ਤਾਂ ਅਰਦਾਸ ਬੇਨਤੀ ਉਹਨਾਂ ਦੇ ਚਰਨਾਂ ਦੇ ਵਿੱਚ, ਮਨ ਦੇ ਵਿੱਚ ਖਿਆਲ ਤਾਂ ਪੈਦਾ ਹੋਵੇ ਕਿ ਸਾਨੂੰ ਇਸ ਚੀਜ਼ ਦੀ ਲੋੜ ਹੈਗੀ ਹੈ, ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈਗੀ ਹੈ। ਜੇ ਅਸੀਂ ਆਪ ਹੀ ਉਸ ਚੀਜ਼ ਦੇ ਚਾਹਵਾਨ ਨਹੀਂ ਹਾਂ ਤਾਂ ਉਹ ਕਿਸ ਤਰ੍ਹਾਂ ਆ ਕੇ ਵਸ ਜਾਵੇ ਅੰਦਰ। ਇਸ ਲਈ ਪਹਿਲਾਂ ਸਾਡੇ ਅੰਦਰ ਉਹ ਚਾਹ ਹੋਵੇ, ਸਾਡੇ ਅੰਦਰ ਉਹ ਤੜਫ ਹੋਵੇ। ਹਾਂ, ਚਾਹੇ ਉਹਨੂੰ ਪਾਉਣ ਵਾਸਤੇ ਸਾਡੇ ਕੋਲ ਕੋਈ ਵੀ ਐਸਾ ਸਮਾਨ ਨਹੀਂ ਹੈਗਾ। ਜਿਹਨੂੰ ਕਹਾ ਕਿ ਰੂਪ ਨਾ ਰੰਗ ਨਾ ਭੇਖ, ਉਹਨਾਂ ਨੇ ਉਹਦੇ ਗੁਣ ਦੱਸੇ, ਪਰ ਸਾਡੇ ਕੋਲ ਵੀ ਜੇ ਅਸੀਂ ਵੇਖੀਏ ਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਐਸੀ ਉਹ ਚੀਜ਼ਾਂ ਨਹੀਂ ਹੈਗੀਆਂ। ਹੁਣ ਕਿਹਾ ਕਿ ਸਤਿਗੁਰੂ ਵੀ ਉਹ ਇਹਨਾਂ ਚੀਜ਼ਾਂ ਨੂੰ ਕਿ ਰੂਪ ਨਾ ਰੰਗ ਨਾ ਰੇਖ ਤੇਰੇ ਗੁਣ ਤੇ ਪ੍ਰਾਪਿਨ, ਕਿ ਉਹ ਜਿਹੜਾ ਵਾ ਸਤਿਗੁਰ ਇੱਕ ਬਈ ਇਹਨਾਂ ਸੰਸਾਰੀ ਚੀਜ਼ਾਂ ਦੇ ਨਾਲ ਨਹੀਂ ਉਹਨੂੰ ਪਾ ਸਕਦੇ। ਅਤੇ ਜਦੋਂ ਹਿਰਦੇ ਦੇ ਵਿੱਚੋਂ, ਚਾਹੇ ਉਹ ਕੋਈ ਬੱਚਾ ਵੀ ਇੱਕ ਪੁਕਾਰ ਕਰਦਾ, ਜਿਸ ਪਿੱਛੇ ਵੀ ਬਚਨ ਸਤਿਗੁਰਾਂ ਦੇ ਆ ਰਹੇ ਸੀ ਕਿ ਪ੍ਰਹਲਾਦ ਧਰੋ ਭਗਤ ਕਿੱਡੇ ਛੋਟੇ ਛੋਟੇ ਸੀ, ਪਰ ਉਹਨਾਂ ਦੇ ਅੰਦਰ ਵੀ ਉਹ ਜਦੋਂ ਭਾਵਨਾ, ਉਹ ਪਿਆਰ ਬਣ ਗਿਆ ਅਤੇ ਸਤਿਗੁਰਾਂ ਨੇ ਕਿਰਪਾ ਕੀਤੀ, ਉਹਨਾਂ ਦੇ ਹਿਰਦੇ 'ਚ ਸਮਾ ਗਏ। ਫਿਰ ਕੋਈ ਦੁਨੀਆ ਦੀ ਤਾਕਤ ਉਹਨਾਂ ਨੂੰ ਜਿੱਤ ਨਹੀਂ ਸਕੀ। ਬੜੇ ਬੜੇ ਵੱਡੇ ਰਾਕਸ਼ਸ ਜਿਨ੍ਹਾਂ ਨੇ ਉਹਨੂੰ ਹਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨੂੰ ਹਰਾ ਨਹੀਂ ਸਕੇ। ਇਸ ਲਈ ਉਹ ਕਹਿੰਦੇ ਨੇ ਕਿ ਇਕੱਲਾ ਉੱਪਰੋਂ ਉੱਪਰੋਂ ਨਹੀਂ ਗਾਉਣਾ, ਉੱਪਰ ਉੱਪਰ ਨਹੀਂ, ਸਤਿਗੁਰਾਂ ਦੀ ਕਿਰਪਾ ਦੇ ਨਾਲ, ਦਇਆ ਦੇ ਨਾਲ, ਉਹਨਾਂ ਦੇ ਬਚਨਾਂ 'ਤੇ ਚੱਲ ਕੇ ਉਸ ਰਾਮ ਨੂੰ ਹਿਰਦੇ 'ਚ ਵਸਾਉਣਾ ਹੈ। ਹਿਰਦੇ 'ਚ ਜਦੋਂ ਵਸ ਗਿਆ ਤਾਂ ਉਹਨਾਂ ਨੇ ਫਰਮਾਇਆ ਹੈ ਕਿ ਤਾਂ ਫਲ ਪਾਵੇ ਕੋਈ। ਜਦੋਂ ਹਿਰਦੇ 'ਚ ਵਸੇਗਾ ਫਿਰ ਇਹ ਕੋਈ ਵੀ, ਕਿਉਂਕਿ ਜਦੋਂ ਅੰਦਰ ਹੀ ਉਹਨੂੰ ਬੈਠਾ ਹੈ, ਜਿਹਦੇ ਕੋਲ ਮੰਗਣਾ ਹੈ, ਜਿਹਦੇ ਕੋਲ ਸਾਰੇ ਭੰਡਾਰ ਨੇ, ਫਿਰ ਕਿਹੜੀ ਵਸਤੇ ਤੋਂ ਦੂਰ ਹੈ। ਬਾਹਰ ਅਸੀਂ ਮੰਗਣ ਜਾਂਦੇ ਹਾਂ, ਸਾਨੂੰ ਕੋਈ ਕਹਿ ਦਿੰਦਾ ਹੈ ਪਹਾੜਾਂ 'ਤੇ ਚਲੇ ਜਾਓ, ਕੋਈ ਕਹਿੰਦਾ ਜੰਗਲਾਂ 'ਚ ਚਲੇ ਜਾਓ, ਕੋਈ ਕਹਿੰਦਾ ਸਮੁੰਦਰ ਪਾਰ ਚਲੇ ਜਾਓ। ਅਸੀਂ ਭਟਕਦੇ ਫਿਰਦੇ ਹਾਂ, ਪਰ ਉਹ ਕਿਤੇ ਬਾਹਰ ਨਹੀਂ ਹੈਗਾ, ਹੈਗਾ ਆਪਣੇ ਅੰਦਰ ਹੀ ਹੈ।
ਜਦੋਂ ਉਹਦਾ ਰਸਤੇ ਦਾ ਪਤਾ ਲੱਗਦਾ ਹੈ, ਜਦੋਂ ਉਹਦੀ ਜਾਣਕਾਰੀ ਮਿਲਦੀ ਹੈ, ਅਤੇ ਜਦੋਂ ਅਸੀਂ ਉੱਧਰ ਪਲਟ ਕੇ ਅਸੀਂ ਵੇਖਾਂਗੇ, ਉਹਦੇ ਕੋਲੋਂ ਮੰਗਾਂਗੇ, ਤਾਂ ਸਤਿਗੁਰਾਂ ਦੀ ਦਇਆ ਕਿਰਪਾ ਹੋਏਗੀ, ਹਰ ਇੱਕ ਫਲ ਇਹਨੂੰ ਮਿਲੇਗਾ। ਹਾਂਜੀ ਬੇਟੇ। ਰਾਮ ਰਾਮ ਸਭ ਕੋ ਕਹੇ, ਕਹੀਏ ਰਾਮ ਨਾ ਹੋਏ। ਗੁਰ ਪ੍ਰਸਾਦੀ ਰਾਮ ਮਨ ਵਸੈ, ਤਾਂ ਫਲ ਪਾਵੇ ਕੋਏ। ਅੰਤਰ ਗੋਵਿੰਦ ਜਿਸ ਲਾਗੇ ਪ੍ਰੀਤ, ਹਰ ਤਿਸ ਕਦੇ ਨਾ ਵਿਸਰੈ। ਹਰ ਹਰ ਕਰੇ ਸਦਾ ਮਨ ਚੀਤ। ਜਿਸ ਤਰ੍ਹਾਂ ਸਤਿਗੁਰਾਂ ਦੇ ਬਚਨ ਪਿੱਛੇ ਆਏ ਸਵਾਮੀ ਜੀ ਮਹਾਰਾਜ ਦੇ ਭੰਡਾਰੇ 'ਤੇ ਵੀ ਜਿਹੜੇ ਕਿ ਗੁਰੂ ਕੋ ਉੱਪਰ ਉੱਪਰ ਗਾਤਾ, ਗੁਰੂ ਕੋ ਦਿਲ ਭੀਤਰ ਨਹੀਂ ਲਾਤਾ। ਕਾਰਜ ਤੇਰਾ ਕੈਸੇ ਹੋਵੇ ਭਾਈ, ਗੁਰੂ ਸੰਗ ਉਪਰੀ ਪ੍ਰੀਤ ਲਗਾਈ। ਉਹਨਾਂ ਨੇ ਸਾਫ਼ ਕਰ ਦਿੱਤਾ, ਕਈ ਵਾਰ ਦੱਸਿਆ ਹੈ ਕਿ ਸਤਿਗੁਰ ਹਮੇਸ਼ਾ ਹੀ ਸਾਡੇ ਜੀਵਾਂ ਵਾਸਤੇ ਇੱਕ ਬੜਾ ਹੀ ਸਰਲ ਰਸਤਾ ਜਿਹੜਾ ਆ ਉਹ ਕਿਸੇ ਵੀ ਤਰੀਕੇ ਦੇ ਨਾਲ ਬਾਣੀ ਰਾਹੀਂ ਸਾਨੂੰ ਦੱਸਦੇ ਨੇ। ਜਦੋਂ ਵੀ ਸਾਨੂੰ ਸਮਝ ਲੱਗ ਜਾਏਗੀ, ਕਿਉਂਕਿ ਅਸੀਂ ਕਿਸ ਚੀਜ਼ 'ਚ ਪਏ ਰਹਿੰਦੇ ਹਾਂ, ਦੁਵਿਧਾ ਦੇ ਵਿੱਚ, ਕਦੀ ਇੱਧਰ ਕਦੀ ਉੱਧਰ। ਜੇ ਇੱਕ ਪਾਸੇ ਔਖਾ ਲੱਗਾ, ਕਿ ਕਹਿੰਦੇ ਆ ਇੱਥੇ ਨਹੀਂ ਗੱਲ ਬਣਦੀ, ਹੁਣ ਹੋਰ ਪਾਸੇ ਚੱਲੀਏ। ਜਿੱਥੇ ਮਰਜ਼ੀ ਭਟਕਦੇ ਫਿਰੀਏ, ਸਤਿਗੁਰ ਹਰ ਜਗ੍ਹਾ ਹੀ ਮੌਜੂਦ ਨੇ। ਲੇਕਿਨ ਜਦੋਂ ਵੀ, ਜਿਸ ਤਰ੍ਹਾਂ ਉਹਨੇ ਪਿੱਛੇ ਫਰਮਾਇਆ ਹੈ ਕਿ ਗੁਰ ਪ੍ਰਸਾਦੀ ਰਾਮ ਮਨ ਵਸੇ, ਜਦੋਂ ਤੱਕ ਸਾਡੇ ਅੰਦਰ ਉਹ ਤੜਫ ਨਹੀਂ ਉੱਠਦੀ, ਅੰਦਰ ਉਹ ਕਿਰਪਾ ਨਹੀਂ ਹੁੰਦੀ, ਉਦੋਂ ਤੱਕ ਜਿੱਥੇ ਮਰਜ਼ੀ ਚਲੇ ਜਾਈਏ ਉਹ ਗੱਲ ਨਹੀਂ ਬਣਦੀ ਹੈਗੀ। ਹੁਣ ਉਹਦੇ ਵਾਸਤੇ ਅੱਗੇ ਵੀ ਦੱਸਦੇ ਨੇ, ਕਹਿੰਦੇ ਅੰਤਰ ਗੋਬਿੰਦ ਜਿਸ ਲਾਗੇ ਪ੍ਰੀਤ, ਜਿਹਦੇ ਅੰਦਰੋਂ ਪ੍ਰੀਤ, ਬਾਹਰ ਦੀ ਗੱਲ ਨਹੀਂ ਹੈ। ਕਿਉਂਕਿ ਬਾਹਰੋਂ ਤੇ ਕਈ ਚੀਜ਼ਾਂ ਕਰਕੇ ਸਾਡੀ ਪ੍ਰੀਤ ਬਣ ਜਾਂਦੀ ਹੈ। ਜਿਸ ਤਰ੍ਹਾਂ ਅਸੀਂ ਸੰਸਾਰੀ ਤੌਰ ਦੇ ਉੱਤੇ ਕੋਈ ਬਿਜ਼ਨਸ ਕਰਦੇ ਹਾਂ, ਕੋਈ ਕੰਮ ਕਰਦੇ ਹਾਂ, ਅਤੇ ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹਨੂੰ ਡੀਲ ਕਰਦੇ ਹਾਂ, ਕਸਟਮਰ ਨੂੰ ਬੜੇ ਪਿਆਰ ਦੇ ਨਾਲ, ਬੜੀਆਂ ਹਰ ਤਰ੍ਹਾਂ ਜਿਸ ਤਰ੍ਹਾਂ ਦੀਆਂ ਵੀ ਉਹਨੂੰ ਭਰਮਾਉਣਾ ਚਾਹੀਏ, ਉਸੇ ਤਰੀਕੇ ਦੇ ਗੱਲਾਂ ਕਰਕੇ ਉਹਨੂੰ ਚਾਹੁੰਦੇ ਹਾਂ ਕਿ ਇਹਨੂੰ ਭਰਮਾ ਲਈਏ। ਪਰ ਬਈ ਪਰਮਾਤਮਾ ਨੂੰ, ਉਸ ਵਾਹਿਗੁਰੂ ਨੂੰ, ਪਰਮੇਸ਼ਵਰ ਨੂੰ ਅਸੀਂ ਬਾਹਰ ਦੀਆਂ ਚੀਜ਼ਾਂ ਨਾਲ ਨਹੀਂ ਭਰਮਾ ਸਕਦੇ। ਉਹਨੂੰ ਅਸੀਂ ਅੰਤਰਜਾਮੀ ਕਹਿੰਦੇ ਹਾਂ। ਉਹ ਜਿਹੜੀ ਤਾਕਤ ਹੈ ਸਾਡੇ ਅੰਦਰ ਹੀ ਹੈ। ਬਾਹਰੋਂ ਕੁਛ ਕਵਾਂਗੇ, ਅੰਦਰ ਜੋ ਹੈਗਾ ਉਹ ਤਾਂ ਜਾਣਦਾ ਹੀ ਹੈ, ਉਹਨੂੰ ਉਹਦੇ ਕੋਲ ਕਿਹੜੀ ਚੀਜ਼ ਦੀ ਭੁੱਲ ਹੈ। ਫਿਰ ਜੇ ਅਸੀਂ ਬਾਹਰੋਂ ਪ੍ਰੀਤ ਕਰਕੇ ਕੁਛ ਕਰਦੇ ਵੀ ਹਾਂ, ਉਹ ਗੱਲ ਨਹੀਂ ਬਣਦੀ। ਕਹਿੰਦੇ ਚਤੁਰਾਈ ਨਹੀਂ ਰੀਝੇ ਚਤੁਰਭੁਜ। ਚਤੁਰਾਈਆਂ ਜਿਹੜੀਆਂ ਨੇ, ਉਹ ਚਤੁਰਾਈਆਂ ਨਾਲ ਉਹਨਾਂ ਨੂੰ ਨਹੀਂ ਪਾ ਸਕਦੇ ਅਸੀਂ। ਇਸ ਲਈ ਅੰਦਰੋਂ ਉਸ ਚੀਜ਼ ਨੂੰ ਕਰਨਾ ਹੈ, ਇਕੱਲਾ ਬਾਹਰ ਦਾ ਨਹੀਂ, ਬਾਹਰ ਦੀ ਵੇਸ਼ਭੂਸ਼ਾ ਜਾਂ ਭੇਖ ਨਹੀਂ ਬਣਾਉਣਾ। ਅੰਦਰੋਂ ਸਤਿਗੁਰ ਕਿਰਪਾ ਕਰਨ, ਉਹ ਗੱਲ ਬਣੇ, ਅੰਦਰੋਂ ਪਿਆਰ ਬਣੇ, ਅੰਦਰੋਂ ਪ੍ਰੀਤ ਬਣੇ। ਇਸ ਕਰਕੇ ਫਰਮਾਇਆ ਕਿ ਅੰਤਰ ਗੋਬਿੰਦ ਜਿਸ ਲਾਗੇ ਪ੍ਰੀਤ, ਹਰ ਤਿਸ ਕਦੇ ਨਾ ਵਿਸਰੇ, ਹਰ ਹਰ ਕਰੇ ਸਦਾ ਮਨ ਚੀਤ। ਜਿਨ੍ਹਾਂ ਦੇ ਅੰਦਰ ਕਹਿੰਦੇ ਵਸ ਜਾਂਦਾ ਹੈ, ਜਿਨ੍ਹਾਂ ਦੇ ਅੰਦਰ ਉਹ ਪ੍ਰੀਤ ਹੋ ਜਾਂਦੀ ਹੈ, ਫਿਰ ਉਹ ਕਦੀ ਵੀ ਨਹੀਂ ਗੁਰੂ ਦਾ ਬਚਨ ਉਲੰਘਦੇ। ਹੁਣ ਜਿਹਦੇ ਨਾਲ ਇੱਕ ਤਾਂ ਹੁੰਦਾ ਕਿਸੇ ਦਾ ਬਾਹਰੋਂ ਡਰ ਜਾਂ ਬਾਹਰਲਾ ਪਿਆਰ, ਸੰਸਾਰੀ ਤੌਰ 'ਤੇ ਕਈ ਤਰ੍ਹਾਂ ਦੇ ਪ੍ਰੇਮ ਨੇ। ਜਦੋਂ ਤੱਕ ਸਾਡਾ ਚਾਹੁਣ ਵਾਲਾ ਜਾਂ ਜਿਹਨੂੰ ਅਸੀਂ ਕੋਈ ਨਾਟਕ ਕਰ ਰਹੇ ਪ੍ਰੇਮੀ, ਉਹ ਸਾਹਮਣੇ ਹੁੰਦਾ ਹੈ, ਉਦੋਂ ਤੱਕ ਤਾਂ ਅਸੀਂ ਹਰ ਤਰੀਕੇ ਦੇ ਨਾਲ ਉਹਨੂੰ ਭਰਮਾ ਕੇ ਜਾਂ ਕਰਦੇ ਹਾਂ। ਜਦੋਂ ਅੱਖਾਂ ਤੋਂ ਓਹਲਾ ਹੁੰਦਾ ਹੈ, ਉਹੀ ਪ੍ਰੇਮ ਜਿਹੜਾ ਆ ਸਾਡਾ ਬਦਲ ਜਾਂਦਾ। ਉਸੇ ਵੇਲੇ ਹਰ ਤਰ੍ਹਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਹਾਂ ਅਸੀਂ। ਲੇਕਿਨ ਉਸ ਪਰਮੇਸ਼ਵਰ ਨਾਲ, ਉਸ ਪ੍ਰਭੂ ਦੇ ਨਾਲ ਇਹ ਜਿਹੜਾ ਧੋਖਾ ਨਹੀਂ ਚੱਲ ਸਕਦਾ। ਕਹਿੰਦੇ ਕਿ ਜਿਹਦੇ ਅੰਦਰ ਪ੍ਰੀਤ ਹੋ ਗਈ, ਕਹਿੰਦੇ ਉਹਨਾਂ ਦੇ ਅੰਦਰੋਂ ਤਾਂ ਫਿਰ ਉਹ ਵਿਸਰਨਾ ਹੀ ਨਹੀਂ ਹੈ, ਕਦੀ ਜਾਣਾ ਹੀ ਨਹੀਂ ਹੈ ਉਹਨੇ, ਕਦੀ ਵਿਛੋੜਾ ਹੀ ਨਹੀਂ ਪੈਂਦਾ ਉਹਦੇ ਨਾਲ। ਜਦੋਂ ਉਹਦੇ ਨਾਲ ਵਿਛੋੜਾ ਹੀ ਨਹੀਂ ਪਏਗਾ, ਤਾਂ ਫਿਰ ਅਸੀਂ ਬੁਰਾ ਕਰਮ ਕਿਸ ਤਰ੍ਹਾਂ ਕਰਾਂਗੇ ਕੋਈ। ਜਿਹਦੇ ਨਾਲ ਪ੍ਰੀਤ ਹੈ, ਉਹਨੂੰ ਪਾਉਣਾ ਚਾਹੁੰਦੇ ਹਾਂ, ਉਹਦੇ ਪਾਉਣ ਵਾਸਤੇ ਜੋ ਰਸਤਾ ਹੈ, ਸਾਨੂੰ ਸਭ ਨੂੰ ਪਤਾ ਹੈ ਕਿ ਕੀ ਚਾਹੀਦਾ ਹੈ। ਸਾਡੇ ਕੋਲੋਂ ਕੋਈ ਬਾਹਰ ਦੀ ਧਨ ਦੌਲਤ ਨਹੀਂ ਮੰਗਦੇ, ਬਾਹਰ ਦੀਆਂ ਕੋਈ ਚੀਜ਼ਾਂ ਨਹੀਂ, ਕਿਸੇ ਤਰ੍ਹਾਂ ਦਾ ਮਾਣ ਵਡਿਆਈ ਨਹੀਂ ਮੰਗਦੇ।
ਅੰਦਰ ਦੀ ਉਹਨਾਂ ਨੇ ਪ੍ਰੀਤ ਦੀ ਗੱਲ ਕੀਤੀ ਹੈ ਕਿ ਅੰਤਰ ਗੋਬਿੰਦ ਜਿਸ ਲਾਗੇ ਪ੍ਰੀਤ, ਜਿਹਦੇ ਅੰਦਰ ਪ੍ਰੀਤ ਹੁੰਦੀ ਹੈ ਉਹ ਬਈ ਸਤਿਗੁਰਾਂ ਜਾਣਦੇ ਨੇ ਉਸ ਚੀਜ਼ ਨੂੰ। ਜਦੋਂ ਵੀ ਉਹ ਪ੍ਰੀਤ ਬਣ ਗਈ ਉਦੋਂ ਕੰਮ ਬਣ ਜਾਣਾ ਹੈ। ਅਤੇ ਉਹਨੇ ਫਰਮਾਇਆ ਕਿ ਹਰ ਤਿਸ ਕਦੇ ਨਾ ਵਿਸਰੇ, ਹਰ ਹਰ ਕਰੇ ਸਦਾ ਮਨ ਚੀਤ, ਕਿ ਜਿਨ੍ਹਾਂ ਦੇ ਅੰਦਰ ਉਹ ਵਸਦਾ ਹੈ ਉਹ ਕਦੀ ਵੀ ਉਹਨੂੰ ਭੁੱਲਦੇ ਨਹੀਂ, ਉਹਨੂੰ ਭੁੱਲ ਕੇ ਕਦੀ ਵੀ ਕੋਈ ਐਸਾ ਕਰਮ ਨਹੀਂ ਕਰਦੇ, ਕਦੀ ਵੀ ਉਹਨਾਂ ਦੇ ਬਚਨ ਨੂੰ ਲੰਘਦੇ ਨਹੀਂ ਹੈ, ਹਮੇਸ਼ਾ ਹੀ ਉਹਦਾ ਨਾਮ ਜਪਦੇ ਰਹਿੰਦੇ ਨੇ, ਜਿੱਥੇ ਮਰਜ਼ੀ ਹੋਣ, ਜਿੱਥੇ ਮਰਜ਼ੀ ਤੁਰੇ ਫਿਰਨ, ਪਰ ਉਹਨਾਂ ਨੂੰ ਕਦੀ ਵੀ ਉਹ ਰੱਬ ਆਪਣਾ ਭੁੱਲਦਾ ਨਹੀਂ ਹੈਗਾ। ਜਿਨ੍ਹਾਂ ਦੀ ਉੱਪਰੋਂ ਉੱਪਰੋਂ ਪ੍ਰੀਤ ਹੁੰਦੀ ਹੈ ਉਹ ਸਾਹਮਣੇ ਸਾਹਮਣੇ ਤਾਂ ਕਰਦੇ ਨੇ। ਜਦੋਂ ਤੱਕ ਜਿਸ ਤਰ੍ਹਾਂ ਕਲਾਸ ਦੇ ਵਿੱਚ ਟੀਚਰ ਬੈਠਾ ਹੁੰਦਾ ਹੈ ਉਦੋਂ ਤੱਕ ਤਾਂ ਬੱਚਿਆਂ ਨੂੰ ਕਈਆਂ ਨੂੰ ਡਰ ਹੁੰਦਾ ਹੈ, ਪਰ ਜਦੋਂ ਕਲਾਸ 'ਚ ਉੱਠ ਕੇ ਜਾਂਦਾ ਹੈ ਉਸੇ ਵੇਲੇ ਬੱਚੇ ਸ਼ਰਾਰਤਾਂ ਕਰਨੀਆਂ, ਉਸੇ ਵੇਲੇ ਹੀ ਉਤਪਾਤ ਮਚਾਉਣਾ ਸ਼ੁਰੂ ਕਰ ਦਿੰਦੇ ਨੇ। ਅਤੇ ਉਹ ਸਾਹਮਣੇ, ਉਹਦੇ ਸਾਹਮਣੇ ਜਿਹੜੀ ਹੈਗੀ ਸੀ ਉਹ ਅੰਦਰ ਨਹੀਂ ਪ੍ਰੀਤ। ਜੇ ਅੰਦਰ ਵੀ ਹੋਏਗੀ ਫਿਰ ਇਸ ਤਰ੍ਹਾਂ ਨਹੀਂ ਹੋਏਗਾ, ਫਿਰ ਤਾਂ ਹਮੇਸ਼ਾ ਹੋਏਗਾ ਕਿ ਨਹੀਂ ਬਈ ਜੇ ਟੀਚਰ ਨੇ ਜੋ ਕਿਹਾ ਹੈ, ਜੋ ਉਹਨੇ ਕਿਹਾ ਮਾਰਗ ਦਿਖਾ ਦਿੱਤਾ ਹੈ, ਉਹ ਅਸੀਂ ਚੱਲਣਾ ਹੀ ਚੱਲਣਾ ਹੈ। ਫਿਰ ਇਹ ਨਹੀਂ ਹੈ ਕਿ ਅਸੀਂ ਸਿਰਫ ਜਦੋਂ ਤੱਕ ਅਸੀਂ ਕਿਸੇ ਸੰਸਥਾ 'ਤੇ, ਕਿਤੇ ਅੱਛੇ ਧਾਰਮਿਕ ਸਥਾਨ 'ਤੇ ਬੈਠੇ ਹਾਂ ਉਦੋਂ ਤੱਕ ਤਾਂ ਅਸੀਂ ਬਿਲਕੁਲ ਸ਼ਾਂਤ, ਉਦੋਂ ਤੱਕ ਬਿਲਕੁਲ ਆਪਣੇ ਆਪ ਨੂੰ ਉਹਨੂੰ ਕਰਾਂਗੇ। ਜਦੋਂ ਉਸ ਦਾਇਰੇ ਤੋਂ ਬਾਹਰ ਨਿਕਲੇ ਤਾਂ ਮਨ ਫਿਰ ਉਸੇ ਰੰਗਾਂ 'ਚ ਫਿਰ ਨਹੀਂ। ਫਿਰ ਜਦੋਂ ਤੱਕ ਉੱਥੇ ਰਹਾਂਗੇ ਉਦੋਂ ਤੱਕ ਤਾਂ ਹਰ ਤਰ੍ਹਾਂ ਮਨ ਨੂੰ ਚੈਨ ਵੀ ਆਏਗਾ, ਉਨੀ ਦਇਆ ਕਿਰਪਾ ਵੀ ਲੱਗੇਗੀ। ਜਦੋਂ ਬਾਹਰ ਨਿਕਲਾਂਗੇ ਉਦੋਂ ਚੀਜ਼ ਗਾਇਬ ਹੋ ਜਾਏਗੀ। ਫਿਰ ਇਸ ਕਰਕੇ ਜੇ ਅਸੀਂ ਚਾਹੁੰਦੇ ਹਾਂ ਸਦਾ ਲਈ ਸੁੱਖ, ਚਾਹੁੰਦੇ ਹਾਂ ਸਦਾ ਲਈ ਉਹ ਚਾਹੁੰਦੇ ਹਾਂ ਕਿ ਉਹ ਸ਼ਾਂਤੀ ਹੋਵੇ, ਸਦਾ ਲਈ ਉਹ ਸੁੱਖ ਮਿਲੇ, ਅਤੇ ਫਿਰ ਸਦਾ ਲਈ ਹੀ ਉਹਨੂੰ ਆਪਣੇ ਨਾਲ ਰੱਖੀਏ, ਕਦੀ ਵੀ ਨਾ ਉਹਨੂੰ ਵਿਛੋੜਾ ਉਹਦੇ ਨਾਲ ਪਾਈਏ। ਕਈ ਸਾਧਨ ਉਹਨਾਂ ਨੇ ਦੱਸੇ ਸਾਨੂੰ ਸਿਮਰਨ ਕਰਨਾ, ਸੇਵਾ ਜਿਹੜੀ ਦੱਸੀ ਹੈ, ਜਿਹੜੀ ਸਾਨੂੰ ਹੁਕਮ ਲੱਗੇ ਨੇ ਉਹ ਕਾਹਦੇ ਵਾਸਤੇ ਨੇ? ਇਸੇ ਵਾਸਤੇ ਨੇ ਕਿ ਅਸੀਂ ਕਦੀ ਉਹ ਤੋਂ ਵਿਛੜੀਏ ਨਾ। ਕਹਿੰਦਾ ਕਿ ਖਾਤੇ ਪੀਤੇ ਚਲਤੇ ਫਿਰਤੇ ਸੋਵਤ ਜਾਗਤ ਬਿਸਰਨਾ ਜਾਤ, ਐਸੀ ਸੇਵਾ ਸਾਡੀ ਲਗਾਈ ਜਿਹੜੀ ਹਮੇਸ਼ਾ ਹੀ ਹੋ ਸਕਦੀ ਹੈ। ਹੁਣ ਇਹੋ ਹੀ ਕਹਿਣਾ ਕਿ ਖਾਤੇ ਪੀਤੇ ਸੋਵਤ ਜਾਗਤ ਬਿਸਰਨਾ ਜਾਤ। ਉਸੇ ਤਰ੍ਹਾਂ ਹੀ ਹੁਣ ਸਤਿਗੁਰੂ ਵੀ ਫਰਮਾ ਰਹੇ ਨੇ ਕਿ ਹਰ ਤਿਸ ਕਦੇ ਨਾ ਵਿਸਰੇ। ਕਹਿੰਦੇ ਕਦੀ ਵੀ ਉਹਨੂੰ ਨਹੀਂ ਵਿਸਰਨਾ ਹੈਗਾ, ਕਦੀ ਵੀ ਉਹਦੇ ਤੋਂ ਦੂਰ ਨਹੀਂ ਹੋਣਾ। ਜੋ ਮਰਜ਼ੀ ਕਰੀਏ, ਕੰਮ ਕਾਰ ਕਰੀਏ, ਡਿਊਟੀਆਂ ਕਰੀਏ, ਜਿੱਥੇ ਮਰਜ਼ੀ ਹੋਈਏ। ਜਿਸ ਤਰ੍ਹਾਂ ਇੱਕ ਪਤੀਵਰਤਾ ਔਰਤ ਹੁੰਦੀ ਹੈ, ਉਹ ਜਿੱਥੇ ਮਰਜ਼ੀ ਜਾਵੇ, ਕੰਮ ਕਾਰ ਸੰਸਾਰੀ ਕਰਨੇ ਨੇ, ਬਾਹਰ ਅੰਦਰ ਜਾਣਾ ਹੈ, ਜਿੱਥੇ ਮਰਜ਼ੀ ਜਾਵੇ, ਪਰ ਉਹਨੂੰ ਯਾਦ ਹੁੰਦਾ ਹੈ ਕਿ ਮੈਂ ਪਤੀ ਵਾਲੀ ਹਾਂ, ਮੇਰਾ ਕੋਈ ਖਸਮ ਹੈਗਾ ਹੈ। ਠੀਕ ਹੈ ਨਾ। ਜੋ ਮਰਜ਼ੀ ਦੁਨੀਆ 'ਚ ਤੁਰੇ ਫਿਰੇ, ਜਿੱਥੇ ਮਰਜ਼ੀ ਜਾਵੇ, ਕਿਸੇ ਦੀ ਜ਼ਰੂਰਤ ਹੈ ਕੋਈ ਕਿਸੇ ਤਰ੍ਹਾਂ ਕਿ ਕੋਈ ਕਿਹਦਾ ਵੇਖ ਵੀ ਜਾਵੇ। ਇਸੇ ਤਰ੍ਹਾਂ ਹੀ ਜਦੋਂ ਸਿੱਖ ਦੇ ਮਨ ਦੇ ਵਿੱਚ ਇਹ ਭਾਵਨਾ ਆਏਗੀ, ਪਿਆਰ ਆਏਗਾ ਕਿ ਮੇਰੇ ਸਤਿਗੁਰ ਜਿਹੜਾ ਆ ਮੇਰੇ ਨਾਲ ਹੈ, ਮੈਂ ਸਤਿਗੁਰ ਵਾਲੀ ਰੂਹ ਹਾਂ, ਫਿਰ ਉਹਨੂੰ ਕੌਣ ਭਰਮਾ ਸਕਦਾ ਹੈ? ਨਹੀਂ ਤਾਂ ਅਸੀਂ ਕਈ ਵਾਰ ਦੇਖਦੇ ਹਾਂ ਬੱਚੇ, ਜਦੋਂ ਆਪਾਂ ਗੱਲਾਂ ਸੁਣਦੇ ਹਾਂ ਕਿ ਛੋਟੀਆਂ ਗੱਲਾਂ 'ਤੇ ਹੀ ਅਸੀਂ ਛਿੜਕ ਜਾਂਦੇ ਹਾਂ, ਕਹਿ ਦਿੰਦੇ ਹਾਂ ਨਹੀਂ ਵੈਸੇ ਤਾਂ ਨਹੀਂ, ਬਸ ਉਹ ਯਾਰ ਦੋਸਤ ਮਿਲ ਗਏ, ਬਸ ਉਹਨਾਂ ਕਰਕੇ ਪੀਣੀ ਪੈ ਗਈ। ਉਸ ਤਰ੍ਹਾਂ ਤਾਂ ਨਹੀਂ ਕਦੀ ਹੁੰਦਾ, ਬਸ ਅੱਜ ਥੋੜ੍ਹੇ ਜਿਹੇ ਰਿਸ਼ਤੇਦਾਰ ਆਏ ਸੀ ਫਿਰ ਥੋੜ੍ਹਾ ਜਿਹਾ ਕੰਮ ਹੋ ਗਿਆ। ਸਤਿਗੁਰਾਂ ਨੇ ਬਚਨ ਸਤਸੰਗ 'ਚ ਫਰਮਾਏ ਸੀ ਕਿ ਬਈ ਜੋ ਮਰਜ਼ੀ ਹੈ, ਠੀਕ ਹੈ, ਰਿਸ਼ਤੇ ਨਾਤੇ ਸਾਰੇ ਹੀ ਪਿਆਰੇ ਨੇ, ਨਾ ਸਾਰਿਆਂ ਨਾਲ ਪਿਆਰ ਕਰਨਾ ਹੈ, ਪਰ ਆਪਣੇ ਆਪ ਨੂੰ ਅਸੀਂ ਭੁੱਲ ਜਾਂਦੇ ਹਾਂ। ਗੁਰੂ ਨਾਲ ਸਾਡਾ ਰਿਸ਼ਤਾ, ਜਿਹੜੇ ਕੱਲ੍ਹ ਦੇ ਜਿਹੜੇ ਜਿਸ ਤਰ੍ਹਾਂ ਅੱਜ ਮਿਲੇ ਸਾਨੂੰ, ਅਸੀਂ ਕਈ ਵਾਰ ਆਪਣਾ ਉਹ ਜਿਸ ਤਰ੍ਹਾਂ ਕਹਿੰਦੇ ਸਟੇਟਸ ਅੱਜ ਕੱਲ੍ਹ ਬਣ ਗਿਆ ਕਿ ਜਦੋਂ ਤੱਕ ਆਹ ਚੀਜ਼ਾਂ ਨਾ ਹੋਣ ਅਸੀਂ ਕਹਿੰਦੇ ਹਾਂ ਕਿ ਨਹੀਂ ਜੀ ਬੰਦੇ ਦਾ ਸਟੇਟਸ ਹੀ ਕੋਈ ਨਹੀਂ ਹੈ। ਪਰ ਸਾਡਾ ਉਹਦੇ ਨਾਲ ਹੀ ਆ, ਹਰ ਇੱਕ ਚੀਜ਼ ਸਾਡੀ ਆਪਣੇ ਸਤਿਗੁਰਾਂ ਦੇ ਨਾਲ ਆ। ਜਦੋਂ ਤੱਕ ਉਹਨਾਂ ਦੇ ਵਚਨਾਂ ਦੇ ਵਿੱਚ ਆ ਉਦੋਂ ਤੱਕ ਬਈ ਕੋਈ ਚੀਜ਼ ਹੋ ਨਹੀਂ ਸਕਦੀ। ਜਿਸ ਤਰ੍ਹਾਂ ਸੀਤਾ ਜੀ ਦਾ ਦੱਸਿਆ, ਜਦੋਂ ਤੱਕ ਉਹ ਉਸ ਜਿਹੜੀ ਲਕਸ਼ਮਣ ਰੇਖਾ ਖਿੱਚੀ ਸੀ, ਜਦੋਂ ਤੱਕ ਉਹਦੇ ਅੰਦਰ ਰਹੀ, ਰਾਵਣ ਜਿੱਡਾ ਮਰਜ਼ੀ ਸ਼ਕਤੀਸ਼ਾਲੀ ਸੀ, ਉਹਨੇ ਕਾਲ ਨੂੰ ਪਾਵੇ ਨਾ ਬੰਨਿਆ ਸੀ, ਪਰ ਉਹਦੀ ਜ਼ਰੂਰਤ ਨਹੀਂ ਸੀ ਕਿ ਉਹਦੇ ਅੰਦਰ ਪ੍ਰਵੇਸ਼ ਕਰ ਸਕੇ। ਪਰ ਜਦੋਂ ਇੱਕ ਕਦਮ ਬਾਹਰ ਆਏ, ਬਸ ਉਸੇ ਵੇਲੇ ਹੀ ਉਹ ਚੀਜ਼ ਖਤਮ ਹੋ ਗਈ। ਇਸ ਕਰਕੇ ਕਾਲ ਜਿਹੜਾ ਆ ਹੋਰ ਨਹੀਂ ਕੁਛ, ਸਭ ਤੋਂ ਪਹਿਲਾਂ ਉਹਦਾ ਕੰਮ ਹੁੰਦਾ ਹੈ ਕਿ ਸਾਨੂੰ ਸਤਿਗੁਰਾਂ ਦੇ ਬਚਨਾਂ ਤੋਂ ਬਾਹਰ ਲਿਆਉਣਾ ਉਹਨੇ। ਜਦੋਂ ਤੱਕ ਇਹ ਸਤਿਗੁਰਾਂ ਦੇ ਬਚਨਾਂ ਦੇ ਅੰਦਰ ਰਹੇਗਾ, ਕੋਈ ਚੀਜ਼ ਇਹਨੂੰ ਛੂਹ ਨਹੀਂ ਸਕਦੀ। ਜਦੋਂ ਇਹ ਉਸ ਤੋਂ ਬਾਹਰ ਆਉਂਦਾ ਹੈ, ਫਿਰ ਇਹਨੂੰ ਤਰ੍ਹਾਂ ਤਰ੍ਹਾਂ ਦੇ ਕਈ ਰੂਪ ਜਿਹੜੇ ਮਨਮੋਹਣੇ ਬਣਾ ਕੇ ਇਹਨੂੰ ਦੱਸਦਾ ਹੈ ਉਹ। ਇਸ ਲਈ ਉਹਨਾਂ ਨੇ ਫਰਮਾਇਆ ਕਿ ਬਈ ਹਰ ਕਦੇ ਨਾ ਵਿਸਰੇ, ਹਰ ਹਰ ਕਰੇ ਸਦਾ ਮਨ ਚੇਤ, ਕਿ ਹਮੇਸ਼ਾ ਇਸ ਚਿੱਤ ਦੇ ਵਿੱਚ ਹਰੀ ਵਸਦਾ ਰਹੇ, ਕਦੀ ਵੀ ਜਿੱਥੇ ਮਰਜ਼ੀ ਹੋਵੇ।
ਕੋਲ ਬੈਠਾ ਹੋਵੇ, ਦੂਰ ਬੈਠਾ ਹੋਵੇ, ਕੰਮ ਕਰਦਾ ਹੋਵੇ, ਕਿਤੇ ਵੀ ਹੋਵੇ, ਪਰ ਇੰਨਾ ਇਹਨੂੰ ਯਾਦ ਰਵੇ, ਫਿਰ ਕਦੀ ਵੀ ਨਹੀਂ ਹੋਏਗੀ, ਕਦੀ ਵੀ ਇਹਦੀ ਪ੍ਰੀਤ ਘਟੇਗੀ ਨਹੀਂ, ਅਤੇ ਕਦੀ ਵੀ ਇਹਨੂੰ ਪਰਮੇਸ਼ਵਰ ਫਿਰ ਦੂਰ ਨਹੀਂ ਲੱਗੇਗਾ। ਹਾਂਜੀ ਬੇਟਾ। ਅੰਤਰ ਗੋਵਿੰਦ ਜਿਸ ਲਾਗੇ ਪ੍ਰੀਤ, ਹਰ ਤਿਸ ਕਦੇ ਨਾ ਵਿਸਰੇ, ਹਰ ਹਰ ਕਰੇ ਸਦਾ ਮਨ ਚੀਤ, ਹਿਰਦੈ ਜਿਨ ਕੈ ਕਪਟ ਵਸੈ, ਬਾਹਰੋਂ ਸੰਤ ਕਹਾਏ, ਤ੍ਰਿਸ਼ਨਾ ਮੂਲ ਨਾ ਚੁਕਈ, ਅੰਤ ਗਏ ਪਛਤਾਹੇ। ਹੁੰਦੇ ਨੇ ਕਿ ਹਿਰਦੇ ਜਿਨ ਕੇ ਕਪਟ ਵਸੇ, ਜਿਸ ਤਰ੍ਹਾਂ ਹੋਣਾ ਕਿ ਅੰਤਰ ਮਲ ਜੋ ਤੀਰਥ ਨਾਵੇ, ਕਿਸੇ ਬਕੁੰਠ ਨਹੀਂ ਜਾਣਾ, ਲੋਕਪਤੀ ਨੇ ਕਛੁ ਨਹੀਂ ਹੋਵੇ, ਰਾਮ ਨਹੀਂ ਹੈ ਆਣਾ। ਕਹਿੰਦੇ ਰਾਮ ਕੋਈ ਨਿਆਣਾ ਨਹੀਂ ਹੈਗਾ, ਕਿ ਜਿਸ ਤਰ੍ਹਾਂ ਬੱਚਿਆਂ ਨੂੰ ਅਸੀਂ ਕੋਈ ਚੀਜ਼ ਦੇ ਕੇ ਭਰਮਾ ਲੈਂਦੇ ਹਾਂ ਅਤੇ ਕਰ ਲੈਂਦੇ ਹਾਂ, ਅਤੇ ਬਈ ਉਹ ਕੋਈ ਰਾਮ ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਨੂੰ ਸਤਿਗੁਰ ਕਹਿੰਦੇ, ਪਰਮੇਸ਼ਵਰ ਕਹਿੰਦੇ ਹਾਂ, ਉਹ ਕੋਈ ਇੰਨਾ ਬੱਚਾ ਨਹੀਂ ਹੈਗਾ ਕਿ ਜਿਹਨੂੰ ਅਸੀਂ ਇਹ ਛੋਟੀ ਛੋਟੀਆਂ ਜਿਹੜੀਆਂ ਆਪਣੀਆਂ ਉਹਨਾਂ ਚੀਜ਼ਾਂ ਨਾਲ ਭਰਮਾ ਲਾਂਗੇ। ਇਸੇ ਤਰ੍ਹਾਂ ਉਹਨੇ ਫਰਮਾਇਆ ਕਿ ਹਿਰਦੇ ਜਿਨ ਕੇ ਕਪਟ ਵਸੇ, ਬਾਹਰੋਂ ਜੋ ਮਰਜ਼ੀ ਜਿਸ ਤਰ੍ਹਾਂ ਦਾ ਮਰਜ਼ੀ ਅਸੀਂ ਵੇਸ਼ ਭੂਸ਼ਾ ਬਣਾਈ ਹੋਵੇ, ਅਸੀਂ ਉਸ ਸੰਤਾਂ ਵਾਲੀ ਬਣਾਈ ਹੋਵੇ, ਅਸੀਂ ਕੋਈ ਸੇਵਾਦਾਰਾਂ ਵਾਲੀ ਬਣਾਈ ਹੋਵੇ, ਅਸੀਂ ਭਗਤਾਂ ਵਾਲੀ ਬਣਾਈ, ਜੋ ਮਰਜ਼ੀ ਅਸੀਂ ਬਣਾਇਆ ਹੋਵੇ, ਬਾਹਰੋਂ ਤਾਂ ਅਸੀਂ ਬਣਾ ਲਵਾਂਗੇ, ਤਿਲਕ ਲਗਾ ਲਾਵਾਂਗੇ, ਗਲ 'ਚ ਮਾਲਾ ਪਾ ਲਾਂਗੇ, ਹੱਥ 'ਚ ਸਭ ਕੁਝ ਫੜ ਲਾਂਗੇ, ਕੱਪੜੇ ਕੋਈ ਚਿੱਟੇ ਪਾ ਲਏਗਾ, ਕੋਈ ਦੂਸਰਾ ਪਾ ਲਏਗਾ, ਪਰ ਬਈ ਠੰਡ ਤਾਂ ਉਹਦੇ ਨਾਲ ਨਹੀਂ ਪੈਣੀ, ਕਿਉਂਕਿ ਇਹ ਅਗਨੀ ਅੰਦਰ ਹੈ, ਇਹ ਅਗਨੀ ਅੰਦਰੋਂ ਜਲਾਉਂਦੀ ਹੈ, ਬਾਹਰੋਂ ਨਹੀਂ ਜਲਾਉਂਦੀ। ਜੇ ਬਾਹਰੋਂ ਕੋਈ ਐਸੀ ਹੁੰਦੀ ਤਾਂ ਬਾਹਰੋਂ ਕੋਈ ਵਸਤਰ ਪਾ ਲੈਂਦੇ ਅਤੇ ਚਲੋ ਉਹਦੇ ਨਾਲ ਸ਼ੀਤਲਤਾ ਮਿਲ ਜਾਂਦੀ, ਪਰ ਇਹ ਜਿਹੜੀ ਅਗਨੀ ਹੈ ਇਹ ਅੰਦਰ ਹਿਰਦੇ ਦੇ ਵਿੱਚ ਹੈ। ਅਤੇ ਹਿਰਦੇ ਉਹਨਾਂ ਨੇ ਫਰਮਾਇਆ ਕਿ ਕਾਹਦੀ ਅਗਨੀ ਹੈ? ਕਪਟ ਦੀ। ਜਦੋਂ ਸਾਡੇ ਅੰਦਰ ਕਪਟ ਹੁੰਦਾ ਹੈ ਨਾ, ਅਤੇ ਫਿਰ ਅਸੀਂ ਉਹ ਗੱਲ ਨਹੀਂ ਬਣਦੀ। ਜਿੰਨਾ ਮਰਜ਼ੀ ਅੰਮ੍ਰਿਤ ਛਕੀਏ, ਜਿੰਨਾ ਮਰਜ਼ੀ ਆਪਣਾ ਪ੍ਰਸ਼ਾਦ ਖਾਈਏ, ਜੋ ਮਰਜ਼ੀ ਕਰੀਏ, ਅੰਦਰ ਕਪਟ ਆ ਅਤੇ ਉਹਦੇ ਨਾਲ ਉਹ ਨਹੀਂ ਗੱਲ ਬਣਦੀ। ਇਸ ਕਰਕੇ ਯਤਨ ਕੀ ਕਰਨਾ ਹੈ? ਅੰਦਰੋਂ ਕਪਟ ਦੂਰ ਕਰਨ ਦਾ। ਕਪਟੀ ਬੰਦਾ ਜਿਹੜਾ ਹੈ ਠੀਕ ਹੈ, ਸੰਸਾਰੀ ਤੌਰ ਦੇ ਉੱਤੇ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਸਟੇਜ 'ਤੇ ਪਹੁੰਚ ਜਾਵੇ, ਪਰ ਉਹਦੇ ਅੰਦਰ ਠੰਡ ਨਹੀਂ ਹੁੰਦੀ ਕਦੀ ਵੀ। ਪੈਸਾ ਹੋ ਸਕਦਾ ਹੈ, ਸਾਧਨ ਹੋ ਸਕਦੇ ਨੇ, ਸਭ ਕੁਝ ਉਹਨੂੰ ਮਿਲ ਸਕਦਾ ਹੈ, ਪਰ ਸ਼ਾਂਤੀ ਨਹੀਂ ਮਿਲਦੀ ਉਹਨੂੰ ਕਦੀ। ਇਸ ਕਰਕੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਹਿਰਦੇ ਜਿਨ ਕੇ ਕਪਟ ਵਸੇ, ਬਾਹਰੋਂ ਸੰਤ ਕਹਾਏ, ਤ੍ਰਿਸ਼ਨਾ ਮੂਲ ਨਾ ਚੁਕਈ, ਅੰਤ ਗਏ ਪਛਤਾਏ। ਕਹਿੰਦੇ ਉਹਨਾਂ ਦੀ ਤ੍ਰਿਸ਼ਨਾ ਮੁੱਕਦੀ ਨਹੀਂ ਕਦੀ, ਬਸ ਇੱਕ ਤੋਂ ਬਾਅਦ ਇੱਕ ਲਿਸਟਾਂ ਅੱਗੇ ਰੱਖੀ ਜਾਂਦੇ ਨੇ, ਕਦੀ ਕੋਈ ਨਿਸ਼ਾਨਾ, ਕਦੀ ਕੋਈ ਨਿਸ਼ਾਨਾ। ਪਹਿਲਾਂ ਹੁੰਦਾ ਹੈ ਇੰਨੇ ਕੁ ਪੈਸੇ ਇਕੱਠੇ ਹੋ ਜਾਣ, ਫਿਰ ਕਹਿੰਦਾ ਹੋਰ ਇੰਨੇ ਕੁ ਵੱਧ ਜਾਣ, ਫਿਰ ਹੋਰ ਵੱਧ ਜਾਣ, ਐਡਾ ਕੁ ਮਕਾਨ ਬਣ ਜਾਏ, ਫਿਰ ਉਸ ਤੋਂ ਹੋਰ ਵੱਡਾ ਬਣ ਜਾਏ, ਫਿਰ ਉਸ ਤੋਂ ਹੋਰ ਆਹ ਗੱਡੀ ਆ ਜਾਏ, ਉਸ ਤੋਂ ਵੱਡੀ ਆ ਜਾਵੇ। ਕੋਈ ਵੀ ਚੀਜ਼, ਜਿਹੜਾ ਵੀ ਕੰਮ, ਵਿਸ਼ੇ ਵਿਕਾਰ ਭੋਗਦੇ ਨੇ, ਸਭ ਕੁਝ ਕਰ, ਪਰ ਕਦੀ ਮਨ ਨੂੰ ਠੰਡ ਨਹੀਂ ਪੈਂਦੀ। ਅੱਗੇ ਤੋਂ ਅੱਗੇ ਵਧੀ ਜਾਂਦੇ ਨੇ, ਵਧੀ ਜਾਂਦੇ ਨੇ, ਪਰ ਕਹਿੰਦੇ ਤ੍ਰਿਸ਼ਨਾ ਮੂਲ ਨਾ ਚੁੱਕੀ। ਕਹਿੰਦੇ ਕਦੀ ਵੀ ਉਹ ਮੁੱਕਦੀ ਹੀ ਨਹੀਂ ਹੈ। ਅਤੇ ਸਤਿਗੁਰਾਂ ਨੇ ਫਰਮਾਇਆ ਕਿ ਬਈ ਜਿਹਦੇ ਤ੍ਰਿਸ਼ਨਾ ਜਿਹਦੇ ਅੰਦਰ ਹੈ, ਉਹ ਹਮੇਸ਼ਾ ਹੀ ਕਹਿ ਲਓ ਕਿ ਭਿਖਾਰੀ ਹੀ ਰਹਿੰਦਾ ਹੈ। ਇੱਕ ਸਾਧੂ, ਇੱਕ ਫਕੀਰ, ਚਾਹੇ ਜਿਹਦੇ ਅੰਦਰ ਤ੍ਰਿਸ਼ਨਾ ਨਹੀਂ, ਜਿਹਨੂੰ ਕੁਛ ਹੈ ਹੀ ਨਹੀਂ, ਤ੍ਰਿਸ਼ਨਾ ਹੀ ਮੁੱਕ ਗਈ, ਉਹ ਰਾਜਾ ਹੈ ਆਪਣੇ ਸਮੇਂ ਦਾ, ਕਿ ਉਹਨੂੰ ਕੁਛ ਚਾਹੀਦਾ ਹੀ ਨਹੀਂ। ਇਸ ਲਈ ਉਹਨੂੰ ਫਰਮਾਇਆ ਕਿ ਤ੍ਰਿਸ਼ਨਾ ਮੂਲ ਨਾ ਚੁਕਈ, ਅੰਤ ਗਏ ਪਛਤਾਏ। ਕਿ ਅੰਤ ਨੂੰ ਜਦੋਂ ਫਿਰ ਉਹ ਯਮਰਾਜ ਦਾ ਸੁਨੇਹਾ ਆਉਂਦਾ ਕਿਸੇ ਤੋਂ, ਜਦੋਂ ਵੀ ਹੁੰਦਾ ਹੈ, ਫਿਰ ਉਹਦੀ ਤ੍ਰਿਸ਼ਨਾ ਤਾਂ ਹੋਰ ਬੜੀਆਂ ਬਾਕੀ ਹੁੰਦੀਆਂ ਨੇ। ਆਹ ਕੰਮ ਕਰਨ ਵਾਲਾ, ਉਹ ਕੰਮ ਕਰਨ ਵਾਲਾ, ਜੇ ਆਹ ਰਹਿ ਗਿਆ, ਉਹ ਰਹਿ ਗਿਆ, ਆਹ ਕਰਨਾ ਸੀ, ਉਹ ਕਰਨਾ ਸੀ। ਜਿਹੜਾ ਰੱਬ ਨੇ ਕੰਮ ਦੱਸਿਆ, ਪਰਮਾਤਮਾ ਨੇ, ਗੁਰੂ ਨੇ ਦੱਸਿਆ ਹੁੰਦਾ ਹੈ, ਉਹਦੇ ਵਿੱਚ ਕਦੀ ਆਇਆ ਨਹੀਂ ਹੁੰਦਾ। ਫਿਰ ਅੰਤ ਨੂੰ ਉਹ ਜਿਹੜਾ ਹੁੰਦਾ ਹੈ, ਇੱਕ ਪਾਸੇ ਉਹ ਖਿੱਚਦੇ ਨੇ, ਇੱਕ ਬੰਨੇ ਨੂੰ ਤ੍ਰਿਸ਼ਨਾ ਖਿੱਚਦੀ ਹੈ। ਫਿਰ ਇਹ ਪਛਤਾਉਂਦਾ ਹੈ ਕਿ ਬਈ ਕਿਉਂ ਨਹੀਂ ਮੈਂ ਇਹ ਜਿਹੜੀ ਚੀਜ਼ਾਂ ਹੋਈਆਂ, ਕਿਉਂ ਨਹੀਂ ਮੇਰੇ ਕੋਲ ਹੱਲ ਹੋਇਆ। ਜਿਹੜਾ ਅਸੀਂ ਕਹਿ ਦਿੰਦੇ ਹਾਂ ਕਿ ਬਈ ਅੰਤ ਟਾਈਮ 'ਤੇ ਇੰਨੇ ਬਿੱਛੂ ਇਕੱਠੇ ਡੰਗ ਮਾਰਨ, ਇੰਨਾ ਦਰਦ ਹੁੰਦਾ, ਉਹ ਦਰਦ ਕੋਈ ਬਿੱਛੂ ਨਹੀਂ ਡੰਗ ਮਾਰ, ਇਹੋ ਹੀ ਚੀਜ਼ਾਂ ਤ੍ਰਿਸ਼ਨਾ ਜਿਹੜੀਆਂ ਹੁੰਦੀਆਂ ਨੇ, ਇੰਨੀਆਂ ਤ੍ਰਿਸ਼ਨਾਵਾਂ ਹੁੰਦੀਆਂ ਨੂੰ ਡੰਗ ਮਾਰਦੀਆਂ ਨੇ। ਫਿਰ ਮਨ 'ਚ ਕਈ ਖਿਆਲ ਚੱਲਦੇ ਨੇ, ਅਤੇ ਉਸ ਵੇਲੇ ਬੰਦਾ ਪਛਤਾਉਂਦਾ ਹੈ। ਫਿਰ
ਇਸ ਲਈ ਸਤਿਗੁਰ ਫਰਮਾਉਂਦੇ ਨੇ ਕਿ ਹਮੇਸ਼ਾ ਹੀ ਜਦੋਂ ਅਸੀਂ ਸਤਿਗੁਰਾਂ ਦੇ ਰਸਤੇ 'ਤੇ ਚੱਲਾਂਗੇ, ਥੋੜ੍ਹਾ ਥੋੜ੍ਹਾ ਕਰਕੇ, ਕੋਈ ਸਾਨੂੰ ਇਹ ਨਹੀਂ ਕਹਿੰਦੇ ਕਿ ਇੱਕੋ ਦਮ ਜਿਸ ਤਰ੍ਹਾਂ ਕਹਿੰਦੇ ਕਿ ਮਾਰਦੇ ਛਾਲ ਦੇ ਵਿੱਚ, ਜਿਸ ਤਰ੍ਹਾਂ ਭਲਵਾਨੀ ਕਰਦਾ ਹੈ ਕੋਈ, ਕਿਸੇ ਤਰ੍ਹਾਂ ਦਾ ਐਥਲੀਟ ਹੈ, ਥੋੜ੍ਹਾ ਥੋੜ੍ਹਾ ਕਰਕੇ ਉਹਨੂੰ, ਜਿਸ ਤਰ੍ਹਾਂ ਹੌਲੀ ਹੌਲੀ ਕਰਦਿਆਂ ਉਹਨੂੰ, ਇਹ ਪਹਿਲਾਂ 2 ਡੰਡ ਮਾਰਦੇ, ਫਿਰ 10, ਫਿਰ 15, ਫਿਰ 20, ਫਿਰ ਕਰਦਿਆਂ ਕਰਦਿਆਂ ਹਜ਼ਾਰਾਂ 'ਚ ਪਹੁੰਚ ਜਾਂਦੇ ਨੇ, ਪਤਾ ਵੀ ਨਹੀਂ ਲੱਗਦਾ। ਇਸੇ ਤਰ੍ਹਾਂ ਹੀ ਸਤਿਗੁਰ ਸਾਨੂੰ ਸ਼ੁਰੂ ਤੋਂ ਹੀ ਛੋਟੀ ਛੋਟੀਆਂ ਸੇਵਾ ਐਸੀਆਂ ਲਗਾਉਂਦੇ ਨੇ, ਜਿਹਦੇ ਨਾਲ ਹੌਲੀ ਹੌਲੀ ਕਰਦਿਆਂ ਕਰਦਿਆਂ ਕੰਮ ਵੀ ਹੋਈ ਜਾਂਦਾ। ਇਹ ਨਹੀਂ ਕਿ ਇਕੱਲਾ ਪਰਮਾਰਥ ਹੀ ਬਖਸ਼ਦੇ ਨੇ, ਸਵਾਰਥ ਵੀ ਬਖਸ਼ਦੇ ਨੇ। ਜਿਹੜਾ ਗੁਰੂ ਦਾ ਸਿੱਖ ਹੈ, ਉਹਦੇ ਚਿਹਰੇ 'ਤੇ ਇੱਕ ਅਲੱਗ ਤੇਜ, ਉਹਨੂੰ ਸ਼ਾਂਤੀ ਹੁੰਦੀ, ਉਹਨੂੰ ਸਭ ਕੁਛ, ਕੋਈ ਐਸਾ ਨਹੀਂ ਹੈ। ਨਹੀਂ ਤਾਂ ਤੁਸੀਂ ਬੜੇ ਬੜੇ ਅਮੀਰਾਂ ਨੂੰ ਦੇਖਿਆ ਹੋਏਗਾ ਕਿ ਉਹਨਾਂ ਦੇ ਵੀ ਚਿਹਰਿਆਂ ਤੋਂ ਹਵਾਈਆਂ ਉੱਡੀਆਂ ਰਹਿੰਦੀਆਂ ਹਰ ਵੇਲੇ। ਇਸ ਲਈ ਠੀਕ ਹੈ, ਕੰਮ ਕਾਰ ਸਾਰੇ ਕਰਨੇ ਨੇ, ਕਰਦਿਆਂ ਕਰਦਿਆਂ ਸਤਿਗੁਰਾਂ ਦੇ ਬਚਨਾਂ ਨੂੰ ਸਮਝਣਾ ਹੈ, ਉਹਨਾਂ ਦੇ ਬਚਨਾਂ 'ਤੇ ਚੱਲਣਾ ਹੈ। ਜਿਸ ਤਰ੍ਹਾਂ ਪਹਿਲਾਂ ਹੀ ਕਿਹਾ ਕਿ ਰਾਮ ਰਾਮ ਸਭ ਕੋਈ ਕਹੇ, ਸਿਰਫ ਉੱਪਰੋਂ ਉੱਪਰੋਂ ਨਹੀਂ ਕਰਨਾ ਹੈਗਾ, ਅੰਦਰੋਂ ਉਹਨੂੰ ਵਸਾਉਣਾ ਹੈ। ਜੇ ਅੰਦਰ ਵਸਾਇਆ ਹੋਏਗਾ ਤਾਂ ਫਿਰ ਬਈ ਕਿਸ ਤਰ੍ਹਾਂ ਕਮਜ਼ੋਰੀ ਆਏਗੀ। ਜਿਸ ਤਰ੍ਹਾਂ ਹੀ ਕੋਈ ਬਾਹਰ ਚੀਜ਼ ਰੱਖੀ ਹੋਵੇ ਘਰ ਦੇ, ਤਾਂ ਉੱਥੋਂ ਜਿਹੜਾ ਮਰਜ਼ੀ ਬਾਹਰੋਂ ਕੁਛ ਕਰ ਦੂਗਾ, ਜਿਹੜੇ ਅੰਦਰ ਪਈ ਆ ਪਤਾ ਹੁੰਦਾ ਕਿ ਠੀਕ ਹੈ ਵੀ ਸੇਫ ਹੈ। ਇਸੇ ਤਰ੍ਹਾਂ ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਉਹ ਫਲਾਣੇ ਨੇ ਗੱਲ ਕੀਤੀ, ਮੇਰਾ ਮਨ ਡਾਵਾਂਡੋਲ ਹੋ ਗਿਆ, ਫਲਾਣੇ ਨੇ ਗੱਲ ਕੀਤੀ, ਮੇਰਾ ਥੋੜ੍ਹਾ ਭਾਵ ਥੋੜ੍ਹਾ ਘਟ ਗਿਆ। ਬਈ ਇਹ ਸਾਡਾ ਉੱਪਰ ਦਾ ਹੈ ਜੀ, ਸਭ ਕੁਛ ਇਹ ਸਾਡੇ ਉੱਪਰ ਦੇ ਜਿਹੜੀ ਚੀਜ਼ਾਂ ਨੇ ਉਹ ਫਿਰ ਜਲਦੀ ਹੀ ਖਤਮ ਹੁੰਦੀਆਂ ਨੇ। ਜੇ ਵਾਕਈ ਹੀ ਅੰਦਰੋਂ ਉਹ ਚੀਜ਼ ਹੋਏਗੀ ਫਿਰ ਨਹੀਂ ਉਹ ਕਦੀ ਵੀ ਡੋਲੇਗੀ। ਹਾਂਜੀ ਬੇਟੇ। ਹਿਰਦੈ ਜਿਨ ਕੈ ਕਪਟ ਵਸੈ, ਬਾਹਰੋਂ ਸੰਤ ਕਹਾਏ, ਤ੍ਰਿਸ਼ਨਾ ਮੂਲ ਨਾ ਚੁਕਈ, ਅੰਤ ਗਏ ਪਛਤਾਏ। ਅਨੇਕ ਤੀਰਥ ਜੇ ਯਤਨ ਕਰੇ, ਤਾਂ ਅੰਤਰ ਕੀ ਹਉਮੈ ਕਦੇ ਨਾ ਜਾਏ। ਜਿਸ ਨਰ ਕੀ ਦੁਬਦਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ। ਹੁਣ ਕੀ ਫਰਮਾਉਂਦੇ ਨੇ, ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹਉਮੈ ਕਦੀ ਨਾ ਜਾਏ। ਕਹਿੰਦੇ ਇਹ ਕੋਈ ਬਾਹਰ ਦੀ ਗੱਲ ਤਾਂ ਹੈ ਹੀ ਨਹੀਂ। ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਬਾਹਰ ਦੀ ਮੈਲ ਲੱਥੇਗੀ। ਬਾਹਰ ਦੀ ਮੈਲ ਹਾਂ, ਜੇ ਉਹਨਾਂ ਦੇ ਵਚਨ, ਜੋ ਕੀਰਤਨ, ਜੋ ਉਹਨਾਂ ਦਾ ਨਾਮ ਜਦੋਂ ਉਹ ਸਾਡੇ ਅੰਦਰ ਜਾਏਗਾ ਤਾਂ ਫਿਰ ਅੰਦਰ ਦੀ ਮੈਲ ਲੱਥੇਗੀ। ਜੇ ਅੰਦਰ ਉਹ ਚੀਜ਼ ਗਈ ਨਹੀਂ, ਕਦੀ ਅੰਦਰ ਉਹ ਮਾਂਜਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਤੇ ਫਿਰ ਬਾਹਰ ਦੀ ਮੈਲਾਂ ਤਾਂ ਲੱਥਣਗੀਆਂ, ਅੰਦਰ ਦੀਆਂ ਮੈਲਾਂ ਤਾਂ ਹੋਰ ਵੱਧਦੀਆਂ ਜਾਣਗੀਆਂ ਸਗੋਂ। ਕਿਉਂਕਿ ਮਨ ਦੇ ਵਿੱਚ ਹੋਰ ਕਈ ਚੀਜ਼ਾਂ ਹੋਣਗੀਆਂ ਕਿ ਅਸੀਂ ਤਾਂ ਬਈ ਆਹ ਕੀਤਾ, ਉਹ ਕੀਤਾ, ਅਸੀਂ ਇੰਨੇ ਤੀਰਥਾਂ ਦਾ ਭ੍ਰਮਣ ਕੀਤਾ, ਅਸੀਂ ਫਲਾਣਾ ਵੀ ਗ੍ਰੰਥ ਪੜ੍ਹਿਆ, ਅਸੀਂ ਫਲਾਣਿਆਂ ਨੂੰ ਵੀ ਮੱਥਾ ਟੇਕਿਆ, ਅਸੀਂ ਉੱਥੋਂ ਵੀ ਪ੍ਰਸ਼ਾਦ ਲਿਆ, ਅਸੀਂ ਉੱਥੇ ਵੀ ਕੀਤਾ। ਉਹ ਹੋਰ ਮਨ ਜਿਹੜਾ ਸਾਨੂੰ ਖੜਾ ਕਰੀ ਜਾਂਦਾ। ਉਹ ਫਰਮਾਉਂਦੇ ਕਿ ਅਨੇਕ ਤੀਰਥ ਜੇ ਯਤਨ ਕਰੇ ਤਾਂ ਅੰਤਰ ਕੀ ਹਉਮੈ ਕਦੀ ਨਾ ਜਾਏ। ਉਹ ਤਾਂ ਬਈ ਸਤਿਗੁਰਾਂ ਨੇ ਕਈ ਯਤਨ ਦੱਸੇ ਨੇ ਕਿ ਕਾਹਦੇ ਨਾਲ, ਇੱਕ ਗੁਰੂ ਦਾ ਬਚਨ ਹੀ ਇਹ ਜਿਹੜਾ ਹਰ ਕੋਈ ਫਾਂਸੀ ਕੱਟ ਸਕਦਾ ਹੈ, ਹੋਰ ਕੋਈ ਚੀਜ਼ ਨਹੀਂ ਹੈਗੀ। ਫਰਮਾਇਆ ਕਿ ਜਿਸ ਨਰ ਕੀ ਦੁਵਿਧਾ ਨਾ ਜਾਏ, ਜੇ ਗੁਰੂ ਨੂੰ ਮਿਲ ਕੇ ਵੀ ਇਹਦੀ ਦੁਵਿਧਾ ਨਹੀਂ ਅਜੇ ਗਈ, ਉੱਥੇ ਆ ਕੇ ਵੀ ਇਹਦੇ ਮਨ 'ਚ ਜੇ ਦੁਵਿਧਾ ਹੈ ਤਾਂ ਫਿਰ ਬਈ ਗੱਲ ਨਹੀਂ ਇਹਦੀ ਬਣਨੀ ਕਿਤੇ ਵੀ, ਫਿਰ ਜਿੱਥੇ ਮਰਜ਼ੀ ਚਲਾ ਜਾਵੇ। ਜੇ ਫਿਰ ਵੀ ਇਹੋ ਅਜੇ ਦੀ ਭਟਕਣਾ ਹੀ ਚੱਲਣ ਦਾ ਹੀ ਹੈ ਸਭ ਕੁਝ ਸੁਣ ਕੇ, ਅਤੇ ਇਹਦੇ ਅੰਦਰ ਫਿਰ ਹਉਮੈ ਆ ਜਿਹੜੀ, ਉਹ ਜਿਹੜਾ ਜਿਸ ਤਰ੍ਹਾਂ ਕਿਸੇ ਚੀਜ਼ ਦੇ ਉੱਤੇ ਤੇਲ ਲਗਾਇਆ ਉਹ 'ਤੇ ਪਾਣੀ ਸੁੱਟੋ ਤਿਲਕ ਕੇ ਜਾਂਦਾ ਹੈ ਨਾ, ਇਸੇ ਤਰ੍ਹਾਂ ਉਹ ਹਉਮੈ ਦੀ ਮੈਲ ਨੇ ਇੱਕ ਪਰਤ ਐਸੀ ਚਾੜੀ ਏ ਕਿ ਜਿੱਥੇ ਮਰਜ਼ੀ ਇਹ ਚਲਾ ਜਾਵੇ, ਇਹਦੇ ਅੰਦਰ ਹਉਮੈ ਜਿਹੜੀ ਉਹ ਕੁਛ ਜਾਣ ਹੀ ਨਹੀਂ ਦਿੰਦੀ। ਹਰ ਥਾਂ 'ਤੇ ਇਹ ਮਨ ਚਾਹੁੰਦਾ ਹੈ ਕਿ ਨਹੀਂ ਇਹ ਨਹੀਂ ਹੋ ਸਕਦਾ, ਮੈਨੂੰ ਆਹ ਪਤਾ ਹੈ, ਮੈਂ ਫਲਾਣੀ ਜਗ੍ਹਾ 'ਤੇ ਆਹ ਸੁਣਿਆ, ਮੈਂ ਇੱਦਾਂ ਕੀਤਾ, ਆਪਣਾ ਹੀ ਗਿਆਨ ਵਾਲੀ ਜਿਹੜੀ ਹਉਮੈ ਚੁੱਕੀ ਫਿਰਦਾ ਹੈ। ਫਿਰ ਉਹ ਕਦੀ ਵੀ ਨਹੀਂ, ਫਿਰ ਜਦੋਂ ਉਹ ਗੱਲ ਨਹੀਂ ਬਣੀ ਫਿਰ ਦੁਬਿਧਾ ਤਾਂ ਮਨ 'ਚ ਰਹਿਣੀ ਹੈ, ਭਾਵਨਾ ਬਣਨੀ ਨਹੀਂ, ਪ੍ਰੀਤ ਬਣਨੀ ਨਹੀਂ।
ਸੱਚੀ ਪ੍ਰੀਤ ਜਿਹੜੀ ਗੱਲ ਹੈ ਉਹ ਕਦੀ ਹੋਣੀ ਨਹੀਂ, ਕਦੀ ਇਹਦੀ ਕਦੀ ਮਨ 'ਚ ਆਉਣਾ ਹੈ ਕਿ ਹਾਂ ਪਰਮੇਸ਼ਵਰ ਹੈਗਾ ਏ, ਪਰਮਾਤਮਾ ਹੈਗਾ ਏ, ਕੋਈ ਤਾਕਤ ਹੈ ਜਿਹੜੀ ਚਲਾ ਰਹੀ ਏ, ਗੁਰੂ ਦਾ ਬਚਨ ਮੰਨਣਾ ਚਾਹੀਦਾ ਹੈ, ਫਿਰ ਕਦੀ ਆਉਂਦਾ ਨਹੀਂ ਨਹੀਂ ਜੋ ਹੋਣਾ ਹੈ ਉਹ ਤਾਂ ਹੋ ਹੀ ਜਾਣਾ ਹੈ, ਜੋ ਚੱਲਣਾ ਉਹ ਚੱਲਣਾ ਹੀ ਹੈ, ਕੁਛ ਨਹੀਂ ਹੈਗਾ, ਮੌਜ ਮੇਲਾ ਕਰੋ। ਜਿਸ ਤਰ੍ਹਾਂ ਹੁਣੇ ਦੱਸ ਰਿਹਾ ਸੀ, ਕਈ ਵਾਰ ਬੱਚੇ ਬੈਠੇ ਤਾਂ ਗੱਲ ਇਹੋ ਕਰਦੇ ਨੇ ਕਿ ਬਾਹਰ ਉਹਨਾਂ ਨੂੰ ਦੱਸਿਆ ਜਾਂਦਾ ਇਸੇ ਤਰ੍ਹਾਂ ਹੀ, ਜਦੋਂ ਕਿਸੇ ਨਾਲ ਗੱਲ ਕਰਦੇ ਤਾਂ ਲੋਕ ਗੱਲ ਕਰਦੇ ਨੇ ਉਹ ਨਹੀਂ ਕੁਛ ਨਹੀਂ ਹੁੰਦਾ। ਬੜੀਆਂ ਬੜੀਆਂ ਐਸੀਆਂ ਐਸੀਆਂ ਉਦਾਹਰਨਾਂ ਦੇਣਗੇ, ਦੇਖੋ ਆਹ ਜੀ ਹੋਣਾ ਹੀ ਹੋਣਾ, ਖਾਓ ਪੀਓ ਐਸ਼ ਕਰੋ, ਜੋ ਮੌਜਾਂ ਲੁੱਟੋ, ਇਹ ਕੰਮ ਮੌਕਾ ਕਦੀ ਕਦੀ ਕਿਤੇ ਮਿਲਦਾ ਹੈ। ਸਤਿਗੁਰਾਂ ਨੇ ਸਾਫ਼ ਹੀ ਫਰਮਾਇਆ ਸੀ ਕਿ ਇਹੋ ਮਨ ਦੀਆਂ ਹੀ ਜਿਹੜੀਆਂ ਬਈ ਖੁਸ਼ੀਆਂ ਨੇ ਇਹੋ ਹੀ ਨਰਕਾਂ ਵੱਲ ਲੈ ਕੇ ਜਾਂਦੀਆਂ ਨੇ। ਇਸ ਕਰਕੇ ਠੀਕ ਹੈ, ਸਤਿਗੁਰਾਂ ਦੇ ਬਚਨਾਂ ਦੇ ਮੁਤਾਬਕ ਜੇ ਕਿਤੇ ਗਲਤੀ ਹੋ ਜਾਂਦੀ ਹੈ, ਕਿਸੇ ਵੇਲੇ ਹੋ ਜਾਂਦੀ ਹੈ, ਸਤਿਗੁਰਾਂ ਦੇ ਅੱਗੇ ਮਾफ़ੀ ਮੰਗ ਕੇ ਉਹਨਾਂ ਕੋਲੋਂ ਉਸ ਬਲ ਮੰਗੀਏ ਕਿ ਸਤਿਗੁਰ ਕਿਰਪਾ ਕਰੋ ਅਸੀਂ ਸਾਡੇ ਬਚਨਾਂ 'ਚ ਚੱਲ ਸਕੀਏ। ਲੇਕਿਨ ਜੇ ਯਤਨ ਹੀ ਨਹੀਂ ਕਰਦਾ, ਜੇ ਕੋਸ਼ਿਸ਼ ਹੀ ਨਹੀਂ ਕਰਦਾ, ਤਾਂ ਫਿਰ ਕਿਸ ਤਰ੍ਹਾਂ ਗੱਲ ਬਣੇਗੀ? ਫਿਰ ਇਹਦੀ ਦੁਬਦਾ ਨਹੀਂ ਜਾ ਸਕਦੀ, ਜਿੱਥੇ ਮਰਜ਼ੀ ਚਲਾ ਜਾਵੇ। ਤੇ ਉਹਨਾਂ ਨੇ ਫਰਮਾਇਆ ਕਿ ਜਿਸ ਨਰ ਕੀ ਦੁਬਦਾ ਨਾ ਜਾਏ, ਧਰਮ ਰਾਏ ਤਿਸ ਦੀਏ ਸਜਾਏ। ਕਹਿੰਦੇ ਕਿ ਫਿਰ ਉਹ ਜਿਹੜਾ ਧਰਮ ਰਾਜ ਦਾ ਡੰਨ ਉਹਨੂੰ ਲੱਗਦਾ ਹੀ ਲੱਗਦਾ ਹੈ, ਕਿਉਂਕਿ ਸਾਰੇ ਕੰਮ ਕਰ ਲਏ ਉਹਨੇ, ਪਰ ਮਨ ਦੀ ਜਿਸ ਚੀਜ਼ ਵਾਸਤੇ ਕੀਤੇ ਉਹ ਗੱਲ ਤਾਂ ਬਣੀ ਨਹੀਂ। ਜਦੋਂ ਤੱਕ ਉਹ ਗੱਲ ਹੀ ਨਹੀਂ ਬਣੀ ਤਾਂ ਫਿਰ ਬਈ ਕਿਸ ਤਰ੍ਹਾਂ ਉਹ ਜਿਹੜਾ ਕਰਜ਼ਾ ਅਦਾ ਕਰੇਗਾ? ਫਿਰ ਉਹ ਜਿਹੜਾ ਡੰਨ ਹੈ ਚਾਹੇ ਜਿੱਥੇ ਮਰਜ਼ੀ ਹੈ, ਜਿਸ ਤਰ੍ਹਾਂ ਪਹਿਲਾਂ ਹੀ ਉਹਨਾਂ ਨੇ ਫਰਮਾਇਆ ਕਿ ਰਾਮ ਰਾਮ ਸਭ ਕੋਈ ਕਹੇ, ਚਾਹੇ ਸਾਰੀ ਉਮਰ ਕੀਤੀ ਉਹ ਗੱਲ, ਪਰ ਜੇ ਅਸੀਂ ਅੰਦਰੋਂ ਚੀਜ਼ ਮੈਲ ਲੱਥੀ ਨਹੀਂ, ਅੰਦਰ ਹਉਮੈ ਅੰਦਰ ਛਾਲਾਂ ਮਾਰਦੀ ਪਈ ਏ, ਹਮੇਸ਼ਾ ਮਨ ਜਿਹੜਾ ਆ ਗੁਰੂ ਦੇ ਬਚਨ ਤੋਂ ਉਲਟਾ ਹੀ ਜਾਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਹਮੇਸ਼ਾ ਉਸ ਬਚਨ ਨੂੰ ਲੰਘਦਾ ਰਹਿੰਦਾ ਹੈ, ਅਤੇ ਫਿਰ ਬਈ ਕਿਸ ਤਰ੍ਹਾਂ ਇਹ ਛੁਟਕਾਰਾ ਹੋਏਗਾ? ਇਸ ਲਈ ਸਭ ਤੋਂ ਵੱਡੀ ਜਿਹੜੀ ਕਿਉਂ ਉਹਨਾਂ ਨੇ ਕਿਹਾ ਸੀ ਕਿ ਅੰਤਰ ਗੋਬਿੰਦ ਜਿਸ ਲਾਗੇ ਪ੍ਰੀਤ। ਜਦੋਂ ਅੰਦਰੋਂ ਪ੍ਰੀਤ ਲੱਗੇਗੀ, ਅੰਦਰੋਂ ਭੁੱਖ ਲੱਗੇਗੀ, ਅੰਦਰੋਂ ਪਿਆਸ ਲੱਗੇਗੀ, ਫਿਰ ਇਹਨੂੰ ਬਈ ਕਿਸੇ ਚੀਜ਼ ਦੀ ਨਹੀਂ, ਫਿਰ ਇਹਦੀ ਦੁਬਦਾ ਨਹੀਂ ਰਹਿ ਸਕਦੀ। ਫਿਰ ਜਦੋਂ ਤੱਕ ਬਾਰ-ਬਾਰ ਦੀਏ ਉਦੋਂ ਤੱਕ ਤੇ ਕੋਈ ਨਾ ਕੋਈ ਚੀਜ਼ ਨੇ ਅਟਕਾ ਹੀ ਦੇਣਾ ਹੈ, ਕੋਈ ਨਾ ਕੋਈ ਸਵਾਰਥ ਦੀਆਂ ਕੋਈ ਚੀਜ਼ਾਂ ਐਸੀਆਂ ਸਾਹਮਣੇ ਕੋਈ ਸਮੇਂ-ਸਮੇਂ 'ਤੇ ਆਣ ਕੇ ਇਹਦੇ ਮਨ 'ਚ ਦੁਬਦਾ ਕਰ ਦੇਣਗੀਆਂ ਕਿ ਆਹ ਗੱਲ ਇਸ ਤਰ੍ਹਾਂ ਕਿਉਂ, ਆਹ ਗੱਲ ਇਸ ਤਰ੍ਹਾਂ ਕਿਉਂ। ਹਾਂਜੀ। ਜਿਸ ਨਰ ਕੀ ਦੁਬਦਾ ਨਾ ਜਾਏ, ਧਰਮ ਰਾਏ ਤਿਸ ਦੇ ਸਜਾਏ। ਕਰਮ ਹੋਵੇ ਸੋਈ ਜਨ ਪਾਏ, ਗੁਰਮੁਖ ਬੂਝੇ ਕੋਈ। ਨਾਨਕ ਵਿੱਚੋਂ ਹਉਮੈ ਮਾਰੇ, ਤਾਂ ਹਰ ਭੇਟੈ ਸੋਈ। ਰਾਧਾ ਸੁਮੇ ਜੀ, ਰਾਧਾ ਸੁਮੇ। ਉਹ ਕਹਿੰਦੇ ਕਿ ਜਿਸ ਤਰ੍ਹਾਂ ਅਸੀਂ ਬਾਹਰ ਦੀ ਗੱਲਾਂ ਕਰਦੇ ਹਾਂ, ਬਾਹਰ ਦੀਆਂ ਚੀਜ਼ਾਂ ਮਿਲ ਜਾਂਦੀਆਂ, ਉਹ ਪਦਾਰਥ ਮਿਲ ਜਾਂਦੇ ਨੇ, ਅਸੀਂ ਕਹਿੰਦੇ ਹਾਂ ਕਿ ਬੜਾ ਕਰਮਾਂ ਵਾਲਾ ਹੈ ਬਈ, ਉਹਦੀ ਤਾਂ ਬੜੀ ਵੱਡੀ ਕੋਠੀ ਹੈ, ਉਹਦਾ ਬੜਾ ਵੱਡਾ ਮਕਾਨ ਹੈ, ਉਹਦੀ ਬੜੀ ਵੱਡੀ ਗੱਡੀ ਹੈ, ਉਹਦਾ ਬੜਾ ਵੱਡਾ ਪਰਿਵਾਰ ਹੈ, ਬੜੀਆਂ ਚੀਜ਼ਾਂ ਅਸੀਂ ਕਹਿੰਦੇ ਹਾਂ। ਪਰ ਸਤਿਗੁਰ ਨਹੀਂ ਮੰਨਦੇ ਇਸ ਚੀਜ਼ ਨੂੰ, ਕਿਉਂਕਿ ਇਹ ਖਾਲੀ ਹੱਥ ਆਇਆ ਸੀ, ਜਾਣਾ ਇਹਨੇ ਖਾਲੀ ਹੱਥ ਹੀ ਹੈ। ਕੋਈ ਇੱਥੋਂ ਦੀ ਚੀਜ਼ ਨਹੀਂ ਲੈ ਕੇ ਜਾ ਸਕਦਾ। ਜਿਹੜੀ ਰਾਸ ਇਹਨੂੰ ਮਿਲੀ ਸੀ ਉਹਨੂੰ ਹੀ ਇਹ ਵਧਾ ਕੇ ਉਹਨੂੰ ਕਰ ਸਕਦਾ, ਉਹਨੂੰ ਪੂਰੀ ਖੜ ਸਕਦਾ ਹੈ। ਜੇ ਉਹ ਵੀ ਇੱਥੇ ਲਟਾ ਕੇ ਜਾਂਦਾ ਹੈ ਤਾਂ ਫਿਰ ਤਾਂ ਇੱਕ ਉਹ ਵੀ ਖਾਲੀ ਹੱਥ ਗਿਆ। ਫਿਰ ਉਸ ਤੋਂ ਬਾਹਰ ਦੀ ਚੀਜ਼ ਕੋਈ ਨਹੀਂ, ਇਸ ਸੰਸਾਰ ਦੀ ਤਾਂ ਕੋਈ ਸੂਈ ਤੱਕ ਵੀ, ਤਿਨਕਾ ਤੱਕ ਵੀ ਨਹੀਂ ਉੱਥੇ ਲੈ ਕੇ ਜਾ ਸਕਦਾ। ਇਸ ਕਰਕੇ ਕਰਮ ਵਾਲਾ ਕਿਹੜਾ ਹੈ, ਕਿਹੜਾ ਕਰਮਾਂ ਵਾਲਾ ਹੈ ਕਿ ਜਿਹੜਾ ਉਹ ਰਾਸ ਲੈ ਕੇ ਆਇਆ ਸੀ ਬਈ ਉਹੀ ਜੋ ਸਤਿਗੁਰਾਂ ਨੇ ਇਹਨੂੰ ਦਿਆ ਕਰਕੇ ਸੂਝ ਬੂਝ ਦਿੱਤੀ ਸੀ, ਜੋ ਕਰਕੇ ਕੀਤਾ, ਉਹਨੂੰ ਵਧਾ ਕੇ ਉਹਨਾਂ ਦਾ ਜਿਹੜਾ ਕੰਮ ਉਹਨਾਂ ਨੇ ਕਰਨ ਵਾਸਤੇ ਭੇਜਿਆ ਸੀ ਉਹ ਕੰਮ ਕਰਕੇ ਵਾਪਸ ਚਲਾ ਜਾਵੇਗਾ ਅਤੇ ਬਈ ਇਹਨੂੰ ਮਾਣ ਮਿਲੇਗਾ ਉਸ ਘਰ ਦਾ। ਜੇ ਉਹ ਨਹੀਂ ਕਰ ਪਾਇਆ ਤਾਂ ਫਿਰ ਕਾਹਦਾ ਇਹ ਕਰਮ ਹੈ? ਉਹਨਾਂ ਨੇ ਫਰਮਾਇਆ ਕਿ ਕਰਮ ਹੋਵੇ ਸੋਈ ਜਨ ਪਾਵੇ, ਗੁਰਮੁਖ ਬੂਝੇ ਕੋਈ। ਕਹਿੰਦੇ ਕੋਈ ਕਰਮਾਂ ਵਾਲਾ ਹੀ ਐਸਾ ਕੋਈ ਜੀਵ ਹੁੰਦਾ ਹੈ ਜਿਹੜਾ
ਸਤਿਗੁਰਾਂ ਦੇ ਬਚਨਾਂ ਦੇ ਉੱਤੇ ਚੱਲ ਕੇ ਉਹਦੇ ਅੰਦਰ ਉਹ ਪ੍ਰੀਤ, ਉਹਦੇ ਅੰਦਰ ਵਿਸ਼ਵਾਸ, ਉਹਦੇ ਅੰਦਰ ਭਰੋਸਾ ਬਣ ਜਾਂਦਾ ਹੈ ਅਤੇ ਬਈ ਉਹ ਸਤਿਗੁਰਾਂ ਦੀ ਪਛਾਣ ਹੋ ਜਾਂਦੀ ਹੈ, ਉਹਨੂੰ ਭਰੋਸਾ ਹੋ ਜਾਂਦਾ ਹੈ, ਵਿਸ਼ਵਾਸ ਬਣ ਜਾਂਦਾ ਹੈ ਕਿ ਠੀਕ ਹੈ। ਜਿਸ ਤਰ੍ਹਾਂ ਉਹਨੇ ਫਰਮਾਇਆ ਉਹਦੇ ਵਿੱਚ ਵਚਨ ਜਿਹੜੇ ਉਹਨੇ ਫਰਮਾਏ ਕਿ ਗੁਰੂ ਪਰਮੇਸ਼ਵਰ ਇੱਕੋ ਜਾਣ, ਜੋ ਤਿਸ ਭਾਵੇ ਸੋ ਪ੍ਰਵਾਨ। ਹੁਣ ਕਿਸ ਤਰ੍ਹਾਂ ਉਹ ਗੱਲ ਬਣੇ? ਕਰਨਾ ਤਾਂ ਹਰ ਕੋਈ ਚਾਹੁੰਦਾ ਹੈ, ਕੌਣ ਨਹੀਂ ਚਾਹੁੰਦਾ, ਲੇਕਿਨ ਜਦੋਂ ਉਹ ਚੀਜ਼ ਉਹਨਾਂ ਦੇ ਵਚਨਾਂ ਦੇ ਉੱਤੇ ਚੱਲ ਕੇ ਹੀ ਪਤਾ ਚੱਲੇਗਾ ਨਾ। ਹੁਣ ਅਸੀਂ ਕੋਈ ਵੀ ਚੀਜ਼ ਇੱਥੋਂ ਦੇਖਣਾ ਚਾਹੁੰਦੇ ਹਾਂ, ਕੋਈ ਬੰਦਾ ਕਿਤੇ ਵੀ ਕਿਸੇ ਪਹਾੜਾਂ 'ਚ ਗਿਆ ਹੈ, ਕਿਤੇ ਕੋਈ ਐਸੇ ਮਹਿਲ 'ਚ ਗਿਆ ਹੈ ਜਿੱਥੇ ਉਹਨੇ ਜਾ ਕੇ ਉੱਥੋਂ ਦੀ ਸ਼ੋਭਾ ਸਾਨੂੰ ਸੁਣਾਈ, ਅਤੇ ਅਸੀਂ ਤਾਂ ਕਦੀ ਗਏ ਨਹੀਂ, ਸਾਨੂੰ ਕੀ ਪਤਾ ਹੈ? ਉਹ ਰਸਤਾ ਵੀ ਦੱਸਦਾ ਹੈ ਨਾ ਕਿ ਜੇ ਤੁਸੀਂ ਉੱਥੇ ਜਾਣਾ ਹੈ, ਜਿਹੜੀ ਚੀਜ਼ ਮੈਂ ਦੱਸ ਰਿਹਾ ਹੈ, ਅਤੇ ਇਸ ਰਸਤੇ 'ਤੇ ਚੱਲਣਾ ਇੰਨਾ ਟਾਈਮ ਲੱਗੇਗਾ, ਇਸ ਤਰੀਕੇ ਨਾਲ ਚੱਲਣਾ, ਆਹ ਸਮਾਨ ਨਾਲ ਰੱਖ ਲੈਣਾ, ਇੰਨਾ ਟਾਈਮ ਲੱਗੇਗਾ, ਆਹ ਮੁਸ਼ਕਲਾਂ ਆਉਣਗੀਆਂ, ਅਤੇ ਬਈ ਕਰਦੇ ਕਰਦੇ ਤੁਸੀਂ ਉੱਥੇ ਪਹੁੰਚ ਜਾਓਗੇ। ਹੁਣ ਜਦੋਂ ਅਸੀਂ ਉਹਨਾਂ ਨੇ ਜਿਹੜਾ ਰਸਤਾ ਦੱਸਿਆ ਭਰੋਸੇ ਵਾਲਾ, ਵਿਸ਼ਵਾਸ ਵਾਲਾ, ਕਿ ਜਿੱਥੇ ਸਤਿਗੁਰਾਂ ਨੇ ਫਰਮਾਇਆ ਸੀ ਕਿ ਗੁਰੂ ਨੇ ਇਹਨੂੰ ਪੌੜੀ ਦਿੱਤੀ ਹੈ, ਇਹ ਚੜ੍ਹ ਕੇ ਦੇਖੇ ਕਿ ਗੁਰੂ ਕੀ ਤਾਕਤ ਦਾ ਨਾਮ ਹੈ। ਜਦੋਂ ਤੱਕ ਅਸੀਂ ਉਹ ਕਰਾਂਗੇ ਨਹੀਂ, ਕਰਦੇ ਨੇ ਉਹਨਾਂ ਦੇ ਬਚਨਾਂ ਦੇ ਉੱਤੇ, ਅਤੇ ਬਈ ਕਿਸ ਤਰ੍ਹਾਂ ਗੱਲ ਬਣੇ। ਅਤੇ ਉਹਨੇ ਫਰਮਾਇਆ ਕਿ ਜਿਹੜਾ ਕੋਈ ਕਰਮਾਂ ਵਾਲਾ ਜਾਂ ਜਿਹਨੂੰ ਵਾਕਈ ਜਿਹਨੂੰ ਸਤਿਗੁਰਾਂ ਦੀ ਦਇਆ ਕਿਰਪਾ ਹੋਏਗੀ, ਕੋਈ ਅੱਛਾ ਭਾਗ ਹੋਏਗਾ, ਉਹ ਸਤਿਗੁਰਾਂ ਦੇ ਬਚਨਾਂ 'ਤੇ ਚੱਲ ਕੇ ਅਤੇ ਬਈ ਉਸ ਚੀਜ਼ ਦੀ ਪਛਾਣ ਕਰ ਲਏਗਾ, ਉਸ ਗੁਰਮੁਖਾਂ ਦੇ ਨਾਲ ਲੱਗ ਜਾਏਗਾ, ਉਹਨੂੰ ਉਹਦੀ ਜਿਹੜੀ ਕਿਰਪਾ ਮਿਲ ਜਾਏਗੀ। ਅਤੇ ਅੱਗੇ ਫਰਮਾਇਆ ਕਿ ਨਾਨਕ ਵਿੱਚੋਂ ਹਉਮੈ ਮਾਰੇ ਤਾਂ ਹਰ ਭੇਟੇ ਸੋਈ। ਉਹਨਾਂ ਦੀ ਕਿਰਪਾ ਦੇ ਨਾਲ, ਦਇਆ ਦੇ ਨਾਲ ਕੀ ਹੋਏਗਾ? ਫਿਰ ਐਸਾ ਪ੍ਰਸ਼ਾਦ ਬਖਸ਼ਣਗੇ, ਐਸੀ ਇਹਨੂੰ ਜਲ ਬਖਸ਼ਣਗੇ ਕਿ ਜਿਹੜਾ ਅੰਦਰੋਂ ਦੀ ਹਉਮੈ ਜਿਹੜੀ ਦੀ ਖਤਮ ਹੋ ਜਾਏਗੀ। ਹੁਣ ਹੈ ਕਿਹੜੀ ਚੀਜ਼ ਸੀ? ਹੈ ਉਹਨਾਂ ਕਿਹਾ ਨਾ ਕਿ ਹੈ ਤੇ ਉਹ ਅੰਦਰ ਹੀ ਆ ਪਰਮਾਤਮਾ, ਪਰ ਉਹਨਾਂ ਨੇ ਜਿਸ ਤਰ੍ਹਾਂ ਬਾਣੀ 'ਚ ਫਰਮਾਇਆ ਕਿ ਮਿਲ ਬਾਤ ਨਾ ਕਰਤੇ ਭਾਈ, ਕਿ ਹੈ ਵੀ ਅੰਦਰ ਹੀ ਵਸਦਾ ਆ, ਆਤਮਾ ਵੀ ਅੰਦਰ ਹੀ ਆ, ਪਰਮਾਤਮਾ ਵੀ ਅੰਦਰ ਹੀ ਆ, ਪਰ ਕਦੀ ਅੱਜ ਤੱਕ ਇਹਦਾ ਮੇਲ ਨਹੀਂ ਹੋਇਆ। ਹੁਣ ਗੱਲ ਅਸੀਂ ਸਾਰੇ ਹੀ ਜਾਣਦੇ ਇਸ ਚੀਜ਼ ਨੂੰ, ਰਹਿੰਦੇ ਵੀ ਇਕੱਠੇ ਆ ਸਾਰਾ ਟਾਈਮ, ਪਰਮਾਤਮਾ ਵੀ ਅੰਦਰ ਹੈ, ਆਤਮਾ ਵੀ ਅੰਦਰ ਹੈ, ਪਰ ਵਿੱਚ ਮੇਲ ਕਿਉਂ ਨਹੀਂ ਹੋਇਆ? ਕਦੀ ਕਿਉਂ ਨਹੀਂ ਉਸ ਆਤਮਾ ਨੇ ਕਦੀ ਪਰਮਾਤਮਾ ਦੇ ਦਰਸ਼ਨ ਕੀਤੇ? ਹੁਣ ਇੱਕ ਉੱਚ ਫਰਮਾਇਆ ਕਿ ਵਿੱਚ ਪੜਦਾ ਹਉਮੈ ਪਾਈ, ਕਹਿੰਦੇ ਹੋਰ ਕਿਸੇ ਚੀਜ਼ ਦੀ ਵੀ ਰੁਕਾਵਟ ਨਹੀਂ ਹੈ, ਸਾਡੀ ਹਉਮੈ ਜਿਹੜੀ ਹੈ ਉਹਨੂੰ ਮਿਲਣ ਨਹੀਂ ਦਿੰਦੇ। ਹਉਮੈ ਕਈ ਤਰ੍ਹਾਂ ਦੀ ਹੈ, ਕਈ ਤਰੀਕਿਆਂ ਦੇ ਨਾਲ ਉਹ ਜਿਹੜੀ ਆ ਹਉਮੈ ਕੰਮ ਕਰਦੀ ਹੈ, ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਆਪਣੇ ਤਰੀਕੇ ਨਾਲ, ਚਾਹੇ ਅਸੀਂ ਮੰਨਦੇ ਨਹੀਂ, ਅਸੀਂ ਕਹਿੰਦੇ ਨਾ 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 ਸਾਡੇ 'ਚ ਤਾਂ ਕੋਈ ਹੰਕਾਰ ਹੈ ਹੀ ਨਹੀਂ, ਸਾਡੇ 'ਚ ਹਉਮੈ ਹੈ ਹੀ ਨਹੀਂ। ਪਰ ਬਈ ਜਿਸ ਤਰ੍ਹਾਂ ਜਿਹਨੂੰ ਪਰਖ ਹੁੰਦੀ ਹੈ ਉਹਨੂੰ ਪਤਾ ਹੁੰਦਾ ਉਸ ਚੀਜ਼ ਦਾ, ਉਹ ਦੱਸ ਦਿੰਦਾ ਹੈ ਕਿ ਬਈ ਆਹ ਚੀਜ਼ ਇੱਥੇ, ਆਹ ਜਿਹੜੀ ਚੀਜ਼ ਕੰਮ ਕਰ ਰਹੀ ਹੈ। ਅਤੇ ਉਹਨਾਂ ਨੇ ਫਰਮਾਇਆ ਕਿ ਨਾਨਕ ਵਿੱਚੋਂ ਹਉਮੈ ਮਾਰੇ ਤਾਂ ਹਰ ਭੇਟੇ ਸੋਈ, ਕਿ ਜਦੋਂ ਉਹ ਹਉਮੈ ਖਤਮ ਹੋਏਗੀ ਫਿਰ ਇਹਦੇ ਆਪਣੇ ਅੰਦਰੋਂ ਹੀ ਇਹ ਆਪਣੇ ਸਤਿਗੁਰਾਂ ਦੇ ਦਰਸ਼ਨ, ਉਸ ਪਰਮਾਤਮਾ ਦੇ, ਪਰਮੇਸ਼ਵਰ ਦੇ, ਅੱਲਾ ਦੇ ਦਰਸ਼ਨ ਆਪਣੇ ਅੰਦਰੋਂ ਹੀ ਕਰੇਗਾ। ਇਹ ਕਿਤੇ ਬਾਹਰ ਜਾ ਕੇ ਨਹੀਂ ਕਰੇਗਾ, ਅੰਦਰੋਂ ਹੀ ਇਹਨੂੰ ਉਹਦੇ ਦਰਸ਼ਨ ਹੋਣਗੇ, ਅੰਦਰ ਹੀ ਉਹਦੇ ਦਰਸ਼ਨ ਕਰਕੇ ਤ੍ਰਿਪਤ ਹੋਏਗਾ। ਇਹਦੀਆਂ ਭਟਕਣਾ ਸਾਰੀਆਂ ਮੁੱਕ ਜਾਣਗੀਆਂ ਅਤੇ ਇਹਦੇ ਹਿਰਦੇ ਨੂੰ ਸ਼ਾਂਤੀ ਮਿਲ ਜਾਏਗੀ, ਇਹਨੂੰ ਸਬਰ ਆ ਜਾਏਗਾ। ਅਤੇ ਬਈ ਸਤਿਗੁਰ ਕਿਰਪਾ ਕਰਨ, ਦਇਆ ਕਰਨ। ਠੀਕ ਹੈ, ਬਾਹਰੋਂ ਤਾਂ ਅਸੀਂ ਸਾਰੇ ਯਤਨ ਕਰਦੇ ਹਾਂ ਅਲੱਗ ਅਲੱਗ ਤਰ੍ਹਾਂ ਦੇ, ਲੇਕਿਨ ਜਿਸ ਤਰ੍ਹਾਂ ਉਹਨੇ ਫਰਮਾਇਆ ਕਿ ਗੁਰ ਪ੍ਰਸਾਦੀ ਰਾਮ ਮਨ ਵਸੇ, ਉਹਨਾਂ ਦੀ ਦਇਆ ਕਿਰਪਾ ਹੋਵੇ ਅਤੇ ਬਈ ਅਸੀਂ ਵੀ, ਸਾਡੇ ਅੰਦਰ ਉਹ ਤੜਫ ਪ੍ਰੀਤ ਅੱਛੀ ਜਿਹੜੀ ਹੈ ਲੱਗੇ, ਅਤੇ ਅਸੀਂ ਉਹਨਾਂ ਦੇ ਅੱਗੇ ਬੇਨਤੀ ਕਰਕੇ ਝੋਲੀ ਅੱਡ ਕੇ ਉਹ ਜਿਹੜਾ ਪ੍ਰਸ਼ਾਦ ਹਿਰਦੇ ਰੂਪੀ ਉਸ ਅੰਦਰ ਸੰਤਾਂ ਦਾ ਵਾਸ ਹੋ ਜਾਵੇ, ਅੰਦਰ ਉਹਨਾਂ ਦੀ ਤਸਵੀਰ ਆ ਜਾਵੇ, ਅੰਦਰ ਉਹਨਾਂ ਦਾ ਨਾਮ ਆ ਜਾਵੇ, ਅਤੇ ਬਈ ਫਿਰ ਹਰ ਤਰ੍ਹਾਂ ਦੀ ਜਿਹੜੀ ਇਹ ਭੁੱਖ ਮਿਟ ਜਾਏਗੀ, ਹਰ ਤਰ੍ਹਾਂ ਦਾ ਦੁੱਖ ਜਿਹੜਾ ਕੱਟਿਆ ਜਾਏਗਾ, ਹਮੇਸ਼ਾ ਹੀ ਇਹਨੂੰ ਸੁੱਖ ਹੋਏਗਾ, ਹਮੇਸ਼ਾ ਇਹਦੇ ਅੰਦਰ ਸ਼ਾਂਤੀ ਰਹੇਗੀ। ਸਤਿਗੁਰ ਕਿਰਪਾ ਕਰਨ, ਦਇਆ ਕਰਨ, ਸਭ ਨੂੰ ਆਪਣਾ ਭਾਵ ਭਰੋਸਾ, ਜਿਸ ਤਰ੍ਹਾਂ ਨੇ ਫਰਮਾਇਆ ਕਿ ਅੰਤਰ ਗੋਬਿੰਦ ਜਿਸ ਲਾਗੇ ਪ੍ਰੀਤ, ਅੰਦਰ ਦੀ ਪ੍ਰੀਤ ਸਾਨੂੰ ਬਖਸ਼ਣ। ਬਾਹਰ ਦਾ ਤਾਂ ਠੀਕ ਹੈ, ਹਰ ਜਗ੍ਹਾ ਹਰ ਕੋਈ ਕਿਤੇ ਨਾ ਕਿਤੇ ਸਿਰ ਝੁਕਾਉਂਦਾ ਹੈ, ਹਰ ਤਰ੍ਹਾਂ ਕੋਸ਼ਿਸ਼ ਕਰਦਾ ਹੈ, ਪਰ ਅੰਦਰੋਂ ਸਤਿਗੁਰ ਪਿਆਰ ਭਰੋਸਾ ਸਾਨੂੰ ਬਖਸ਼ਣ, ਤਾਂ ਜੋ ਅਸੀਂ ਉਹਨਾਂ ਦੀ ਖੁਸ਼ੀ ਜਿਹੜੀ ਆ ਉਹ ਜਿਹੜੇ ਪਾ ਸਕੀਏ। ਰਾਧਾ ਸੁਣੀ, ਰਾਧਾ ਸੁਣੀ।